ਉਹਨੇ ਸ਼ਰੇਆਮ ਇਹ ਗੱਲ ਕਹਿ ਦਿੱਤੀ, ਦੀਪ ਸਿੱਧੂ ਭਾਜਪਾ ਦਾ ਬੰਦਾ, ਭਾਜਪਾ ਦਾ ਏਜੰਟ ਆ। ਉਹਨੇ ਠੋਕ ਵਜਾ ਕੇ ਕਿਹਾ, ਤੂੰ ਜੇਬ ਦੇ ਵਿੱਚ ਕੈਂਚੀ ਦੇ ਮੂੰਹ 'ਚ ਨਾ ਰੱਖਦਾ, ਤੇਰੇ ਤੇ ਸ਼ਹੀਦਾਂ ਦਾ ਪਹਿਰਾ ਲੱਗ ਗਿਆ, ਜਿਹੜੇ ਸਾਡੇ ਸਿੰਘ ਸਰਦਾਰ ਆ ਉਹਨਾਂ ਤੇ ਤਾਂ ਲੱਗਾ ਨਹੀਂ, ਇਹ ਤੇਰੇ ਸ਼ਹੀਦ ਕਿਤੇ RSS ਵਾਲੇ ਤਾਂ ਨਹੀਂ ਹੋ। ਜਿਹੜੇ ਬੰਦੇ ਤੁਸੀਂ ਗੱਲ ਕਰਦੇ ਹੋ ਵੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਹੱਥਾਂ 'ਚ ਪਲੇ, ਹੱਥਾਂ 'ਚ ਪਾਉਣ ਤੋਂ ਬਾਅਦ ਗਿਆ ਕਿੱਥੇ? ਦਿਓਲ ਪਰਿਵਾਰ ਦੇ ਕੋਲ। ਦਿਓਲ ਪਰਿਵਾਰ ਕੌਣ ਹੈ? ਜਿਹਨੇ ਇਹ ਗੱਲ ਕਹੀ ਸੀ ਵੀ KPS ਗਿੱਲ ਇਜ਼ ਦ ਬੈਸਟ ਕਾਪ ਆਫ ਦ ਵਰਲਡ, ਕਿ ਉਦੋਂ ਤੁਸੀਂ ਉਹ ਧਰਮਿੰਦਰ ਦੀਆਂ ਫੋਟੋਆਂ ਘਰਾਂ 'ਚੋਂ ਕੱਢ ਕੇ ਬਾਹਰ ਮਾਰੀਆਂ ਸੀਗੀਆਂ, ਤੇ ਉਹ ਕਹਿੰਦਾ ਧਰਮਿੰਦਰ ਮੇਰਾ ਭਾਪਾ ਆ। ਅਖੀਰ ਤੇ ਜਾ ਕੇ ਤੇਰਾ ਕੰਮ ਕੀ ਹੁੰਦਾ? ਤੂੰ ਮਿੱਠੀ ਗੋਲੀ ਦੇ ਵਿੱਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੰਦਾ, ਤੂੰ ਫੇਰ ਜਾ ਕੇ ਕਿਸਾਨਾਂ ਦੇ ਖਿਲਾਫ ਬੋਲਦਾ, ਤੂੰ ਜਥੇਬੰਦੀਆਂ ਦੇ ਖਿਲਾਫ ਬੋਲਦਾ। ਮੈਂ ਖਾਲਸਾ ਏਡ ਵਾਲਾ ਵੀਰ ਰਵੀ ਸਿੰਘ ਆ, ਮੈਨੂੰ ਉਹਨੇ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ ਬੜਾ ਸਤਿਕਾਰ ਹੈ ਤੁਹਾਡਾ, ਤੁਸੀਂ ਇਸ ਝੰਜਟ 'ਚ ਨਾ ਪਾਓ, ਤੁਹਾਨੂੰ ਕੀ ਪਤਾ ਵਿੱਚੋਂ ਕੀ ਨਿਕਲਣਾ, ਖੁਦੋਂ ਦਿਓ। ਪਿੱਛੋਂ ਕਦੇ ਉਹ ਸਾਡਾ ਉਦੋਂ ਗੇਟ ਮਾਰ ਦਿੰਦਾ, ਕਦੇ ਅਜਮੇਰ ਸੋਟੀ ਮਾਰ ਦਿੰਦਾ, ਕਦੇ ਕੋਈ ਮਾਰ ਦਿੰਦਾ। ਉਹ ਮਿਹਰ ਕਰੋ ਰੱਬ ਦੇ ਵਾਸਤੇ, ਚਿੰਤਕੋ, ਉਹ ਇਤਿਹਾਸ ਕਰੋ, ਉਹ ਪਰਵਾਨਿਓ, ਉਹ ਮੱਖੂਓ, ਉਹ ਭਵੱਕੜੋ, ਉਹ ਮੱਕੜੋ, ਉਹ ਜਿੰਨੇ ਵੀ ਪੱਤਰਕਾਰ ਆ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਆਪਣੇ ਸਮਝਦੇ ਸੀਗੇ, ਤੁਸੀਂ ਮਿਹਰ ਕਰੋ। ਉਹ ਮੇਰੇ ਉਹ ਪ੍ਰਚਾਰਕੋ, ਉਹ ਤੁਹਾਡੇ ਲਈ ਸਾਡੇ ਮਨਾਂ 'ਚ ਸਤਿਕਾਰ ਸੀਗਾ। ਐਡੀਆਂ ਦੋ ਬੱਤਕਾਂ ਜਿਹੀਆਂ ਤੁਰੀਆਂ ਫਿਰਦੀਆਂ, ਖਬਰੇ ਇੱਥੇ ਆਇਆ ਨੂੰ ਤੁਹਾਨੂੰ ਅਸੀਂ ਕੀ ਦੇ ਦੇਣਾ ਸੀ। ਸ਼ੁਕਰ ਹੈ ਮੈਂ ਕਹਿੰਦਾ ਕਿਸਾਨ ਅੰਦੋਲਨ ਦਾ ਤੁਸੀਂ ਨੰਗੇ ਹੋ। ਕਈ ਤਾਂ ਕਹਿੰਦੇ ਆ ਜੀ ਮੋਰਚਾ ਵਿਕ ਗਿਆ, ਫੇਲ ਹੋ ਗਿਆ। ਮੈਂ ਕਿਹਾ ਕੀੜੇ ਪੈ ਜਾਣ ਤੁਹਾਡੀ ਜ਼ੁਬਾਨ ਦੇ ਵਿੱਚ, ਕੀੜੇ ਪੈ ਜਾਣ ਤੁਹਾਡੀ ਜ਼ੁਬਾਨ ਦੇ ਵਿੱਚ, ਜੇ ਤੁਸੀਂ ਇੰਨੀ ਗੱਲ ਕਹਿੰਦੇ ਆ ਤਾਂ। ਸਾਡੇ ਕੰਨ ਪਾੜਦੇ ਇਹ ਗੱਲ ਸੁਣ ਕੇ। ਭੈਣੋ ਤੇ ਭਰਾਵੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਜੇ ਗੱਲ ਕਰੀਏ ਆਪਾਂ ਕਿਸਾਨ ਅੰਦੋਲਨ ਦੀ, ਜਿਹੜੇ 3 ਬਿੱਲਾਂ ਕਰਕੇ ਕਿਸਾਨ ਅੰਦੋਲਨ ਸ਼ੁਰੂ ਹੋਇਆ, ਅੱਜ ਪੂਰਾ 1 ਸਾਲ ਹੋ ਗਿਆ ਉਹਨਾਂ ਬਿੱਲਾਂ ਆਇਆਂ ਨੂੰ। ਇਸ ਕਰਕੇ ਆਪਾਂ ਜਿਹੜਾ 26 ਮਈ ਆ ਇਹਨੂੰ ਕਾਲੇ ਦਿਨ ਵਜੋਂ ਮਨਾਇਆ। ਉਹਨਾਂ ਲੀਡਰਾਂ ਨੇ ਵੀ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਏ, ਜਿਹੜੇ ਲੀਡਰ ਕਿਸੇ ਟਾਈਮ ਇਹਨਾਂ ਬਿੱਲਾਂ ਦੇ ਸੋਲੇ ਗਾਉਂਦੇ ਸੀਗੇ। ਇਹ ਬਹੁਤ ਵੱਡੀ ਪ੍ਰਾਪਤੀ ਆ। ਜੇ ਆਪਾਂ ਪਿੱਛੇ ਜਾ ਕੇ ਦੇਖੀਏ, ਜਦੋਂ ਇਹ ਕਾਲੇ ਕਾਨੂੰਨ ਆਏ, ਇਹਨਾਂ ਦੇ ਵਿਰੋਧ ਵਿੱਚ ਜਥੇਬੰਦੀਆਂ ਨੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਉਸੇ ਟਾਈਮ ਕੈਪਟਨ ਸਾਹਿਬ ਨੇ ਜੇ ਕਹਿ ਦਈਏ ਵੀ ਲੋਕਡਾਊਨ ਜਿਹੜਾ ਸੀਗਾ ਉਹ ਡਿਕਲੇਅਰ ਕਰ ਦਿੱਤਾ। ਪਰ ਇਹ ਸਾਰੇ ਕਾਹੇ ਦੇ ਬਾਵਜੂਦ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕੀਤਾ। ਨਾਲ ਲੈ ਕੇ ਤੁਰੇ ਮੂਹਰੇ ਸਾਡੇ ਜਿਹੜੇ ਹਰਿਆਣੇ ਦੇ ਵੀਰ ਸੀਗੇ, ਉਹਨਾਂ ਨੇ ਬੜਾ ਤਕੜਾ ਸਾਥ ਦਿੱਤਾ, ਜਿਨ੍ਹਾਂ ਦੇ ਸਾਥ ਦੇ ਨਾਲ ਅਸੀਂ ਬਾਰਡਰਾਂ ਨੂੰ ਤੋੜਦੇ ਹੋਏ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਬੈਠੇ। ਉਹ ਤੋਂ ਗਾਹਾਂ ਜਿਹੜਾ ਗੋਲ ਸੀਗਾ ਜਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਮਿਸ਼ਨ ਸੀਗਾ, ਉਹ ਸੀਗਾ ਪੂਰੇ ਭਾਰਤ ਦੇ ਕਿਸਾਨ ਨੂੰ, ਮਜ਼ਦੂਰ ਨੂੰ ਇਸ ਸੰਘਰਸ਼ ਦੇ ਨਾਲ, ਇਸ ਘੋਲ ਦੇ ਨਾਲ ਜੋੜਨਾ। ਜਦੋਂ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਘੋਲ ਲੜਨਾ ਸ਼ੁਰੂ ਕੀਤਾ, ਤੇ ਪਹਿਲਾਂ ਗਵਰਨਮੈਂਟ ਨੇ ਜਾਂ ਏਜੰਸੀਆਂ ਨੇ ਜਾਂ ਕਾਰਪੋਰੇਟ ਘਰਾਣਿਆਂ ਨੇ, ਜੋ ਵੀ ਤਾਕਤਾਂ ਇਹਦੇ ਪਿੱਛੇ ਕੰਮ ਕਰਦੀਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਪੰਜਾਬ ਦੇ ਲੋਕ ਆਏ ਆ ਜਾਂ ਨਾਲ ਹਰਿਆਣੇ ਦੇ ਵੀ ਇਕੱਠੇ ਹੋ ਗਏ ਆ, ਵੀ ਇਹ ਜਿਹੜੇ ਆ ਇਹ ਕਿਸੇ ਤਰ੍ਹਾਂ ਇਕੱਲੇ ਰਹਿ ਜਾਣ। ਉਹਦੇ ਲਈ ਉਹਨਾਂ ਨੇ ਇਹਨਾਂ ਨੂੰ ਅੱਤਵਾਦੀ ਪ੍ਰਚਾਰਨਾ ਸ਼ੁਰੂ ਕੀਤਾ, ਉਹਨਾਂ ਨੇ ਖਾਲਿਸਤਾਨੀ ਪ੍ਰਚਾਰਨਾ ਸ਼ੁਰੂ ਕੀਤਾ। ਪਰ ਜਦੋਂ ਕਹਿ ਦਈਏ ਵੀ ਹਰਿਆਣੇ ਦੇ ਜਾਂ ਯੂਪੀ ਦੇ ਜਿਹੜੇ ਕਿਸਾਨ ਸੀਗੇ, ਉਹਨਾਂ ਵੀ ਨਾਲ ਆ ਕੇ ਇਹ ਗੱਲ ਕਹਿ ਦਿੱਤੀ ਵੀ ਜੇਕਰ ਆਪਣੇ ਹੱਕ ਮੰਗਣਾ ਹੀ ਖਾਲਿਸਤਾਨੀ ਹੈ ਤੇ ਭਾਈ ਅਸੀਂ ਵੀ ਖਾਲਿਸਤਾਨੀ ਹਾਂ। ਇੱਥੇ ਜਾ ਕੇ ਵੀ ਸਰਕਾਰ ਜਿਹੜੀ ਸੀ ਉਹ ਫੇਲ ਹੋ ਗਈ। ਹੁਣ ਉੱਥੇ ਸਰਕਾਰ ਦਾ ਸਾਰਾ ਜ਼ੋਰ ਲੱਗਾ ਸੀ ਵੀ ਕਿਸੇ ਤਰ੍ਹਾਂ ਦੂਜੀਆਂ ਸਟੇਟਾਂ ਦੇ ਲੋਕ ਇਸ ਮੋਰਚੇ ਦੇ ਨਾਲ ਨਾ ਜੁੜ ਜਾਣ, ਜਿਨ੍ਹਾਂ ਦੀ ਉਹਨਾਂ ਨੂੰ ਮੇਨ ਪ੍ਰਵਾਹ ਆ, ਜਿਹੜੀ ਉਹਨਾਂ ਦਾ ਵੋਟ ਬੈਂਕ ਆ, ਜਿਨ੍ਹਾਂ ਤੋਂ ਉਹ ਡਰਦੇ ਆ, ਉਹਨਾਂ ਦਾ ਜ਼ੋਰ ਲੱਗਾ ਸੀ ਉਹ ਜੁੜ ਨਾ ਜਾਣ। ਤੇ ਸਾਡੇ ਵਾਲਿਆਂ ਦਾ ਜ਼ੋਰ ਲੱਗਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕਿਸਾਨੀ ਦੇ ਝੰਡੇ ਥੱਲੇ ਲੜ ਕੇ ਸਾਰੇ ਕਿਸਾਨ ਨੂੰ, ਸਾਰੇ ਮਜ਼ਦੂਰ ਨੂੰ ਜਾਗਰਤ ਕੀਤਾ ਜਾਵੇ, ਉਹਨਾਂ ਦੇ ਹੱਕਾਂ ਪ੍ਰਤੀ ਦੱਸਿਆ ਜਾਵੇ। ਸੋ ਇਹ ਸਾਰੇ ਕਸੇ ਦੇ ਹੁੰਦਿਆਂ ਹੋਇਆ ਆਪਾਂ ਦੇਖਦੇ ਹਾਂ 26 ਤਰੀਕ ਨੂੰ ਸਰਕਾਰ ਨੇ ਇੱਕ ਚਾਲ ਖੇਡੀ। ਉਹ ਚਾਲ ਦੇ ਵਿੱਚ ਸਾਡੇ ਪਵਿੱਤਰ ਨਿਸ਼ਾਨ, ਸਾਡੇ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ ਦੇ ਉੱਤੇ ਚੜਵਾਇਆ। ਉਹ ਆਪਾਂ ਰੌਲੇ ਦੇ ਪਿੱਛੇ ਨਹੀਂ ਜਾਣਾ, ਕਿਤੋਂ ਚੜਵਾਇਆ, ਕਿਉਂ ਚੜਾਇਆ। ਚਲੋ ਸਾਡੇ ਵੀ ਕੁਝ ਵੀਰ ਟ੍ਰੈਪ 'ਚ ਫਸ ਗਏ ਹੋਣਗੇ, ਕੁਝ ਵਿੱਚ ਏਜੰਸੀਆਂ ਦੇ ਬੰਦੇ ਵੀ ਹੋਣਗੇ ਉਹਨਾਂ ਦੇ, ਹਨਾ। ਉਹਨਾਂ ਦੀ ਇੱਕੋ ਹੀ ਟਰਾਈ ਸੀਗੀ ਵੀ ਜਦੋਂ ਅਸੀਂ ਨਿਸ਼ਾਨ ਸਾਹਿਬ ਇਹਨਾਂ ਕੋਲੋਂ ਚੜਵਾ ਦਿੱਤਾ, ਅਸੀਂ ਉਹਦਾ ਖਾਲਿਸਤਾਨੀ ਝੰਡਾ ਬਣਾ ਕੇ ਆਪਣੇ ਚੈਨਲ ਤੇ ਪ੍ਰਚਾਰ ਦੇਣਾ। ਦੂਜੇ ਪਾਸੇ ਜਿਹੜੇ ਸਟੇਟਾਂ ਦੇ ਵਿੱਚ ਬੈਠੇ ਲੋਕ ਅੱਜ ਕੰਨ ਖੜੇ ਕਰਕੇ ਇਹਨਾਂ ਨੂੰ ਸੁਣ ਰਹੇ ਆ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਣੀ ਚਾਹੀਦੀ ਆ, ਇਹ ਕਿਸਾਨ ਨਹੀਂ, ਇਹ ਖਾਲਿਸਤਾਨੀ ਆ, ਇਹ ਸਿੱਖ ਆ। ਜਿਵੇਂ ਆਪਾਂ ਨੂੰ ਪਹਿਲਾਂ ਪਤਾ ਹੀ ਆ ਵੀ ਆਪਣੇ ਨਾਲ 35-40 ਸਾਲ ਉਹਨਾਂ ਨੇ ਜੋ ਕੁਛ ਕੀਤਾ, ਉਹਨਾਂ ਨੇ ਸਾਨੂੰ ਬਹੁਤ ਕਸੂਤੇ ਤਰ੍ਹਾਂ ਉਹਨਾਂ ਸਟੇਟਾਂ ਦੇ ਨਾਲੋਂ ਡਿਵਾਈਡ ਕਰ ਦਿੱਤਾ, ਵੰਡ ਦਿੱਤਾ ਹੈ। ਉਹ ਵਾਕਈ ਸਾਨੂੰ ਇਦਾਂ ਸੋਚਦੇ ਆ, ਹਾਲਾਂਕਿ ਆਪਾਂ ਨਹੀਂ ਹੈਗੇ, ਪਰ ਉਹ ਸੋਚਦੇ ਆ। ਉਹ ਹੁਣ ਚੀਜ਼ ਜਿਹੜੀ ਸੀਗੀ ਉਹ ਬੜੀ ਸਮਝਦਾਰੀ ਦੇ ਨਾਲ ਕਿਸਾਨਾਂ ਨੇ ਸਾਂਭ ਲਈ। ਕਿਉਂ? ਇਹ ਸਾਰਾ ਕੁਝ ਹੋਣ ਤੋਂ ਬਾਅਦ ਸਾਰੇ ਦੇ ਸਾਰੇ ਲੀਡਰ ਜਿਹੜੇ ਸੀਗੇ, ਚਾਹੇ ਉਹ ਯੂਪੀ ਵਾਲੇ ਸੀ, ਚਾਹੇ ਉਹ ਹਰਿਆਣੇ ਵਾਲੇ ਸੀ, ਚਾਹੇ ਉਹ ਰਾਜਸਥਾਨ ਵਾਲੇ ਸੀ, ਉਹਨਾਂ ਦੀ ਟਿਕਟ ਕੀ ਲੱਗੀ ਹੋ ਸੀਗੀ, ਜਿਹੜਾ ਸੰਯੁਕਤ ਮੋਰਚੇ ਦੀ ਸਟੇਜ ਆ, ਇਹਦੇ ਕਿਸਾਨਾਂ ਦੇ ਬਿਆਨਾਂ ਤੇ ਵੀ ਕੀ ਬਿਆਨ ਆਉਂਦਾ। ਉਹਨਾਂ ਨੇ ਗਰਜ ਕੇ ਇਹ ਗੱਲ ਕਹੀ ਵੀ ਉਹ ਜਿਹੜੇ ਲੋਕ ਆ, ਜਿਹੜੇ ਲੋਕਾਂ ਨੇ ਜਾ ਕੇ ਝੰਡਾ ਚਾੜਿਆ, ਇਹ ਸਾਡੇ ਲੋਕ ਨਹੀਂ ਹੈਗੇ।
ਉਹਦਾ ਮਤਲਬ ਇਹ ਨਹੀਂ ਵੀ ਉਹ ਪੰਜਾਬੀ ਨਹੀਂ ਹੈਗੇ, ਉਹ ਪੰਥਕ ਨਹੀਂ ਹੈਗੇ, ਜਾਂ ਉਹ ਸਾਡੇ ਪੁੱਤ ਨਹੀਂ ਹੈਗੇ। ਪਰ ਜਿਹੜੇ ਅੰਦੋਲਨ ਦੇ ਲਈ ਅਸੀਂ ਤੁਰੇ ਆ, ਉਸ ਅੰਦੋਲਨ ਵਾਲੇ ਲੋਕ ਉਹ ਨਹੀਂ ਹੋ ਸਕਦੇ ਅੱਜ ਦੀ ਤਰੀਕ ਦੇ ਵਿੱਚ, ਜਿਹੜਾ ਉਹਨੇ ਕਾਰਾ ਕਰ ਦਿੱਤਾ, ਕਿਉਂਕਿ ਉਹਨਾਂ ਨੇ ਇਸ ਮੋਰਚੇ ਨੂੰ ਬਾਕੀ ਸਟੇਟਾਂ ਦੇ ਨਾਲੋਂ ਤੋੜਨ ਦੀ ਟਰਾਈ ਕੀਤੀ ਹੈ, ਜੋ ਕਿ ਸਰਕਾਰ ਚਾਹੁੰਦੀ ਸੀਗੀ। ਇਹ ਸਾਰੀ ਗੱਲ ਹੈ ਉਹ ਨਿਸ਼ਾਨ ਸਾਹਿਬ ਦੀ। ਜੇ ਮੇਰੇ ਵੀਰੋ ਆਪਾਂ ਅੰਡਰਸਟੈਂਡ ਕਰੀਏ ਨਾ, ਇਹਨੂੰ ਸਮਝੀਏ। ਨਿਸ਼ਾਨ ਸਾਹਿਬ ਯਾਦ ਗਰੇਵਾਲ ਨੂੰ ਜ਼ਿਆਦਾ ਨਹੀਂ ਪਿਆਰਾ, ਉਹਨਾਂ ਦੀਆਂ ਸ਼ਕਲਾਂ ਦੇਖ ਲਓ, ਸਾਡੀਆਂ ਦੇਖ ਲਓ, ਜਿਨ੍ਹਾਂ ਨੂੰ ਤੁਸੀਂ ਕਾਮਰੇਡ ਬੀੜੀਆਂ ਪੀਣੇ ਕਹਿੰਦੇ ਆ ਨਾ, ਉਹ ਮੇਰੇ ਖਿਆਲ ਹੈ ਯਾਦ ਗਰੇਵਾਲ ਨੂੰ ਤਾਂ ਕੋਈ ਦੇਖ ਕੇ ਕਹਿ ਸਕਦਾ ਵੀ ਹੁਣੇ ਹਜੇ ਬੀੜੀ ਸੱਟ ਕੇ ਹਟਿਆ। ਉਹ ਰਾਤ ਨੂੰ ਸ਼ਰਾਬ ਪੀ ਪੀ ਕੇ ਉਹ ਬੰਦੇ ਲਾਈਵ ਹੁੰਦੇ ਆ, ਉਹ ਗਾਲਾਂ ਕੱਢਦੇ ਆ। ਉਹ ਭਰਾਵੋ ਤੁਹਾਡੇ ਹੋ ਗਿਆ ਨਾਇਕ, ਅਸੀਂ ਹੋ ਗਿਆ ਖਲਨਾਇਕ। ਸੋ ਇਹ ਮੇਰੀ ਇੱਕ ਬੇਨਤੀ ਆ ਵੀ ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਝੰਡਾ ਚੜਵਾਇਆ ਕਿਉਂ ਗਿਆ? ਮੈਂ ਦੁਬਾਰਾ ਫਿਰ ਉੱਥੇ ਜਾਣਾ, ਕਿਉਂਕਿ ਇਹਦੀ ਜਿਹੜੀ ਜੜ ਹੈ ਉਹ ਜੜ ਜਾਣ ਦਾ ਨਾਂ ਨਹੀਂ ਲੈਂਦੀ। ਉਹ ਹਜੇ ਵੀ ਕਦੇ ਤੁਸੀਂ ਸੇਮ ਝੰਡਿਆਂ ਦਾ ਰੌਲਾ, ਮਨੁੱਖੀ ਜਿਹੜਾ ਹੈਗਾ ਮੁੰਡਾ ਸੇਵਾ ਵਾਲਾ, ਮਨੁੱਖਤਾ ਦੀ ਸੇਵਾ ਵਾਲਾ ਮੁੰਡਾ ਮਿੰਟੂ ਆ, ਕਦੇ ਫਿਰ ਤੁਸੀਂ ਝੰਡੇ ਸਾੜਨ ਦੀ ਗੱਲ ਉਹਨਾਂ ਕੋਲ ਕਰਦੇ ਆ। ਉਹ ਮਤਲਬ ਅਸੀਂ ਨਹੀਂ ਕੱਢਣਾ ਚਾਹੁੰਦੇ, ਪਰ ਤੁਸੀਂ ਛੱਡਦੇ ਹੀ ਨਹੀਂ। ਇਤਿਹਾਸਕਾਰੋ, ਉਹ ਚਿੰਤਕੋ, ਤੁਸੀਂ ਆਪਣੀਆਂ ਰੋਟੀਆਂ ਦੀ ਚਿੰਤਾ ਕਰਦੇ, ਤੁਸੀਂ ਆਪਣੀਆਂ ਰੋਟੀਆਂ ਸੇਕਦੇ ਕਿਉਂ ਇਹ ਵਿਚਾਰੇ ਬਜ਼ੁਰਗ ਜਿਹੜੇ ਉੱਥੇ ਬੀਬੀਆਂ ਬੈਠੀਆਂ, ਇਹਨਾਂ ਦਾ ਵੀ ਤਰਸ ਨਹੀਂ ਕਰਦੇ? ਇਹਦਾ ਗੱਲਾਂ ਕਰਕੇ ਸਾਨੂੰ ਉਹ ਗੱਲਾਂ ਫੇਰ ਦੁਬਾਰਾ ਜਿਹੜੀਆਂ ਆ ਉਹ ਕਰਨੀਆਂ ਪੈ ਰਹੀਆਂ। ਉਹ ਨਿਸ਼ਾਨ ਸਾਹਿਬ ਚੜਵਾ ਕੇ ਉਹਨਾਂ ਨੇ ਖਾਲਸਤਾਨੀ ਝੰਡਾ ਬਣਾਇਆ। ਦੂਜੀਆਂ ਸਟੇਟਾਂ ਦੇ ਲੋਕ ਕਿਸੇ ਹੱਦ ਤੱਕ ਜਿਹੜੇ ਸੀਗੇ ਉਹ ਨਿਰਾਸ਼ ਹੋ ਗਏ। ਪਰ ਸਾਡਿਆਂ ਕਿਸਾਨਾਂ ਦੀ ਸੂਝ-ਬੂਝ ਦੇ ਨਾਲ, ਜੇ ਆਪਾਂ ਕਹਿ ਦਈਏ ਵੀ ਟਿਕਾਇ ਤਰ ਕੇ ਲੀਡਰ ਨੇ ਫੇਰ ਦੁਬਾਰਾ ਸਟੈਂਡ ਲਿਆ। ਉਹਨੂੰ ਲੱਗਿਆ ਵੀ ਜਿਹੜੇ ਵਾਕਈ ਲੋਕ ਗਏ ਆ ਉਹ ਇਹਨਾਂ ਦੇ ਸੰਯੁਕਤ ਮੋਰਚੇ ਦੇ ਲੋਕ ਨਹੀਂ, ਉਹ ਕੁਝ ਸ਼ਰਾਰਤੀ ਲੋਕ ਆ। ਉਹਨੇ ਸ਼ਰੇਆਮ ਇਹ ਗੱਲ ਕਹਿ ਦਿੱਤੀ, ਦੀਪ ਸਿੱਧੂ ਭਾਜਪਾ ਦਾ ਬੰਦਾ, ਭਾਜਪਾ ਦਾ ਏਜੰਟ ਆ। ਉਹਨੇ ਠੋਕ ਵਜਾ ਕੇ ਕਿਹਾ। ਕੈਨੇਡਾ ਦੇ ਵਿੱਚ ਉਹ ਰੇਡੀਓ ਤੇ ਆਇਆ, ਉਹਨੇ ਉੱਥੇ ਆ ਕੇ ਵੀ ਕਿਹਾ। ਫਿਰ ਇਹ ਸਾਰੇ ਕਾਹੇ ਤੋਂ ਬਾਅਦ ਇਹ ਕਹਿ ਲਓ ਵੀ ਜਿੰਨਾ ਕੁ ਵੀ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ, ਪਰ ਉਹ ਨੁਕਸਾਨ ਤੋਂ ਬਾਅਦ ਜਦੋਂ ਆਪਾਂ ਕਹਿੰਦੇ ਨਾ ਕਿ ਬਹੁਤ ਵੱਡਾ ਐਕਸੀਡੈਂਟ ਹੋ ਗਿਆ, ਫਿਰ ਉਹ ਕਹਿੰਦੇ ਹੁੰਦੇ ਵੀ ਇਸ ਐਕਸੀਡੈਂਟ ਤੋਂ ਭਾਈ ਇਹ ਦੱਸੋ ਵੀ ਬਚਾਅ ਕੀ ਹੋਇਆ। ਹੁਣ ਇਹਦੇ ਨੁਕਸਾਨ ਨੂੰ ਨਾ ਲਈਏ, ਇਹਦੇ ਬਚਾਅ ਨੂੰ ਲਈਏ। ਜੋ ਕੁਝ ਵੀ ਨਹੀਂ ਬਚਾ ਲਿਆ ਉਹ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਇੱਕ ਪ੍ਰਮਾਤਮਾ ਦੀ ਕਲਾ ਵਰਤੀ ਆ, ਜਿਹੜਾ ਉਹ ਬਚ ਗਿਆ। ਉਸ ਤੋਂ ਬਾਅਦ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਕਿਵੇਂ ਸਾਰਾ ਕੁਝ ਹੋਣ ਤੋਂ ਬਾਅਦ ਵਿੱਚ ਸਾਡਾ ਵੀਰ ਜਿਹੜਾ ਆ ਉਹ ਜੇਲ੍ਹ ਵਿੱਚ ਚਲੇ ਜਾਂਦਾ। ਹੁਣ ਜੇਲ੍ਹਾਂ ਦੇ ਵਿੱਚ ਵੀਰੋ ਦੋ ਤਰ੍ਹਾਂ ਨਾਲ ਲੋਕਾਂ ਨੂੰ ਲੈ ਕੇ ਜਾਇਆ ਜਾਂਦਾ। ਇੱਕ ਤਾਂ ਲੋਕਾਂ ਨੂੰ ਉੱਥੇ ਬੰਦੇ ਬਣਾਉਣ ਲਈ ਲੈ ਕੇ ਜਾਇਆ ਜਾਂਦਾ। ਕਈ ਵਾਰੀ ਤਾਂ ਉੱਥੇ ਜੇਲ੍ਹਾਂ ਦੇ ਵਿੱਚ ਜਾ ਕੇ ਟੌਰਚਰ ਕਰ ਕਰਕੇ ਭੁੱਲਰ ਵਰਗਿਆਂ ਨੂੰ ਮੈਂਟਲੀ ਤੌਰ ਤੇ ਵੀ ਅਪਸੈਟ ਕਰ ਦਿੱਤਾ ਜਾਂਦਾ, ਤੇ ਕਈ ਵਾਰੀ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਲੀਡਰ ਬਣਾਉਣ ਵਾਸਤੇ ਵੀ ਲਿਆ ਜਾਂਦਾ। ਉਹ ਇੱਕ ਨਹੀਂ, ਉਹ ਬਹੁਤ ਤੁਹਾਡੇ ਕੋਲ ਉਦਾਹਰਨਾਂ ਪਹਿਲਾਂ ਪਈਆਂ। ਆਪਾਂ ਇਹਨੂੰ ਪੋਲੀਟੀਕਲ ਤੌਰ ਤੇ ਨਹੀਂ ਵੰਡਣਾ ਵੀ ਕਿਹੜਾ ਕਿਹੜਾ ਲੀਡਰ ਪਹਿਲਾਂ ਜੇਲ੍ਹਾਂ 'ਚੋਂ ਲਿਆ ਕੇ ਸਾਡੇ ਸਿਰ ਦੇ ਉੱਤੇ ਬਿਠਾ ਲਿਆ, ਕਿਹੜਾ ਕਿਹੜਾ ਸਾਬਕਾ ਜਥੇਦਾਰ ਫਿਲੀਪੀਨ ਤੋਂ ਲਿਆ ਕੇ ਜੇਲ੍ਹਾਂ ਦੇ ਵਿੱਚ ਬਿਠਾਲ ਕੇ ਫਿਰ ਸਾਡੇ ਸਿਰਾਂ ਦੇ ਉੱਤੇ ਜਥੇਦਾਰ ਬਣਾਇਆ। ਉਹ ਜਦੋਂ ਸਾਨੂੰ 25 ਸਾਲਾਂ ਬਾਅਦ 30 ਸਾਲਾਂ ਬਾਅਦ ਪਤਾ ਲੱਗਦਾ, ਜਦੋਂ ਸਾਡੀ ਇੱਕ ਜਨਰੇਸ਼ਨ ਦਾ ਘਾਣ ਹੋ ਜਾਂਦਾ, ਦੂਜੀ ਜਨਰੇਸ਼ਨ ਦਾ ਘਾਣ ਕਰਨ ਵਾਸਤੇ ਉਹ ਆਪਣਾ ਕੋਈ ਨਾ ਕੋਈ ਨਵਾਂ ਪਿਆਦਾ ਲਾ ਕੇ ਫਿੱਟ ਕਰ ਦਿੰਦੇ ਆ। ਉਹ ਟ੍ਰੇਨਡ ਕੀਤੇ ਉਹ ਲੋਕ, ਉਹਨਾਂ ਵੱਲੋਂ ਫੁੱਲੀ ਟ੍ਰੇਨਡ ਕੀਤੇ ਉਹ ਲੋਕ ਸਾਡੇ ਭੋਲੇ ਭਾਲ ਲੋਕਾਂ ਦੇ ਉੱਤੇ ਆਪਣੀਆਂ ਗੱਲਾਂ ਦਾ ਇੰਨਾ ਕੁ ਪ੍ਰਭਾਵ ਛੱਡਦੇ ਆ, ਇੰਨਾ ਕੁ ਪ੍ਰਭਾਵ ਛੱਡਦੇ ਆ, ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਝੂਠ ਹੈ ਨਾ, ਝੂਠ ਇੱਕ ਵਾਰੀ ਆਪਣਾ ਪੂਰਾ ਪ੍ਰਭਾਵ ਛੱਡ ਜਾਂਦਾ। ਜਾਨੂੰ ਸੱਚ ਨੂੰ ਆਉਣ ਨੂੰ ਟਾਈਮ ਲੱਗਦਾ, ਜਾਨੂੰ ਝੂਠ ਤੁਹਾਡਾ ਨੁਕਸਾਨ ਤਾਂ ਬਹੁਤ ਕਰ ਜਾਂਦਾ, ਪਰ ਉਹ ਇੱਕ ਆਪਣੇ ਜੇ ਕਹਿ ਦਈਏ ਗੁਰਬਾਣੀ ਆ ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ ਵਾਲੀ ਗੱਲ ਤਾਂ ਸਦਾ ਹੀ ਰਹਿਣੀ ਆ। ਉਹ ਹੌਲੀ ਹੌਲੀ ਸਾਹਮਣੇ ਵੀ ਆਉਂਦੀ ਆ। ਸਾਨੂੰ ਇਹ ਲੱਗਦਾ ਸੀ, ਮੈਨੂੰ ਪੰਜਾਬ ਦੇ ਲੋਕ ਜਾਂ ਸਾਡੇ NRA ਵੀਰ ਜਿੰਨੇ ਵੀ ਆ, ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਆ ਵੀ ਉਹ ਬੰਦਾ ਕੀ ਕਰਨ ਆਇਆ ਸੀ, ਕੀ ਕਰਕੇ ਉਹ ਚਲੇ ਗਿਆ। ਇਹ ਬਿਲਕੁਲ ਆਸ ਨਹੀਂ ਸੀ ਵੀ ਸੋਸ਼ਲ ਮੀਡੀਆ ਉੱਤੇ ਦੁਬਾਰਾ ਫੇਰ ਆ ਜਿਹੜਾ ਨੈਰੇਟਿਵ ਆ ਇਹ ਸਿਰਜਿਆ ਜਾਊਗਾ, ਦੁਬਾਰਾ ਫਿਰ ਉਹਦੀ ਗੱਲ ਚੱਲੂਗੀ। ਬਹੁਤ ਵੀਰ ਆ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਬਹੁਤ ਵੀਰ ਆ ਜਿਹੜੇ ਇੱਕਦਮ ਉਹਦੇ ਖਿਲਾਫ ਹੋਏ ਸੀਗੇ, ਤੇ ਦੁਬਾਰਾ ਜਾਂ ਹਵਾ ਦੇਖ ਲਓ, ਜਾਂ ਕਹ ਲਓ ਵੀ ਉਹਨਾਂ ਦਾ IT ਸੈੱਲ ਆ, ਜਾਂ ਕੋਈ ਉਹਨਾਂ ਦੇ ਆਪਣੇ ਮਫਾਦ ਜੁੜੇ ਹੋਆ, ਕੋਈ ਕਿਸੇ ਕੋਲੋਂ $500-400 ਮੰਗਵਾਉਂਦਾ ਹੋਊਗਾ। ਇਹ ਬੜਾ ਕੁਝ ਫੇਸਬੁੱਕ ਤੇ ਚੱਲ ਰਿਹਾ। ਫੇਸਬੁੱਕ ਦੀ ਜਿਹੜੀ ਦੁਨੀਆ ਹੈ ਨਾ, ਇਹ ਫੇਕ ਹੈ, ਇਹਨੂੰ ਫੇਕ ਬੁੱਕ ਕਹਿੰਦੇ ਆ, ਪਰ ਇਹਦੇ ਵਿੱਚ ਸਾਨੂੰ ਰਹਿਣਾ ਪੈ ਰਿਹਾ। ਰੀਜ਼ਨ ਕੀ ਆ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲਾਂ ਸਾਡੇ ਕਿੱਥੇ ਸੀ ਸਿੱਖਣ ਦਾ, ਸਾਡਾ ਕੀ ਜਰੀਆ ਸੀਗਾ? ਸਾਡਾ ਸਿੱਖਣ ਦਾ ਜਰੀਆ ਸੀ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬਾਂ ਦੇ ਵਿੱਚ ਮਸੰਦ ਆ ਗਿਆ, ਗੁਰਦੁਆਰਾ ਸਾਹਿਬਾਂ ਦੇ ਵਿੱਚ RSS ਵੜ ਗਈ, ਅਸੀਂ ਛੱਡ ਕੇ ਪਰੇ ਹੋ ਗਏ। ਸਾਨੂੰ ਲੱਗਿਆ ਵੀ ਇਹ ਭਾਈ ਰੱਬ ਦਾ ਨਾਮ ਲੈਣਾ, ਅਸੀਂ ਆਪਣੇ ਪਿੰਡ ਦੇ ਗੁਰਦੁਆਰੇ ਲੈ ਲੈਣਾ। ਅਸੀਂ ਦਰਬਾਰ ਸਾਹਿਬ ਵੀ ਹੁਣ ਕਿਹਨਾਂ ਦੇ ਹਵਾਲੇ ਕੀਤਾ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ, ਅਸੀਂ ਨਿਕਲ ਗਏ ਹੈ। ਅਸੀਂ ਰਾਜਨੀਤੀ ਦੇ ਵਿੱਚੋਂ ਵੀ ਪਰੇ ਹੋ ਗਏ ਵੀ ਰਾਜਨੀਤੀ ਦੇ ਵਿੱਚ ਤਾਂ ਗੰਦੇ ਲੋਕ ਆ ਗਏ, ਅਸੀਂ ਇੱਥੇ ਕੀ ਕਰਨਾ, ਅਸੀਂ ਕਿਹੜੇ ਚੋਂ ਪੈਸੇ ਕਮਾਉਣੇ ਆ। ਹੁਣ ਆ ਸੋਸ਼ਲ ਮੀਡੀਆ ਆ, ਹੁਣ ਜਿਹੜੇ ਸੁਹਿਰਦ ਵੀਰ ਆ ਸਾਡੇ ਉਹ ਬੋਲਦੇ ਹੀ ਨਹੀਂ, ਉਹ ਵੀ ਚੁੱਪ ਕਰਕੇ ਘਰੇ ਬਹਿ ਗਿਆ। ਉਹ ਕਹਿੰਦੇ ਛੱਡੋ ਪਰੇ, ਅਸੀਂ ਕੀ ਲੈਣਾ, ਇੱਥੇ ਤਾਂ ਜਿਹੜੇ ਲੋਕ ਆ ਉਹ ਤਾਂ ਗਾਲਾਂ ਕੱਢਦੇ ਆ।
ਉਹ ਪਤੰਦਰੋ ਜੇ ਗਾਲਾਂ ਹੀ ਨਹੀਂ ਖਾ ਸਕਦੇ ਤੇ ਤੁਸੀਂ ਗੋਲੀਆਂ ਕੀ ਖਾਣੀਆਂ? ਮੈਨੂੰ ਪਤਾ ਹੀ ਆ, ਮੈਨੂੰ ਕੱਢਣੀਆਂ ਹੁਣ ਮੇਰੇ ਪੇਜ ਤੇ ਤਾਂ ਕੋਈ ਨਹੀਂ ਆ ਕੇ ਕੱਢ ਸਕਦਾ। ਇਹ ਜਿੱਥੇ ਜਿੱਥੇ ਸ਼ੇਅਰ ਹੋਣੀ ਆ ਕੱਢਣਗੇ ਗਾਲਾਂ ਭਾਈ, ਉਹ ਗਾਲਾਂ ਕੱਢਣ ਨੂੰ ਬੈਠੇ ਆ। ਉਹ ਤਾਂ ਸਾਡੀਆਂ ਧੀਆਂ ਭੈਣਾਂ ਨੂੰ ਨਹੀਂ ਬਖਸ਼ਦੇ ਕਿਸੇ ਨੂੰ। ਉਹ ਤਾਂ ਸਿਮਰਨਜੀਤ ਕੌਰ ਗਿੱਲ ਆ ਕੁੜੀ, ਉਹ ਕਿੰਨੇ ਤਸ਼ੱਦਦ ਝੱਲ ਕੇ ਕੀ ਕੁਛ ਕਰ ਰਹੀ ਆ ਉਹਨੂੰ ਕੱਢਦੇ ਆ। ਕਦੇ ਬਲਦੇਵ ਮਾਨ ਨੂੰ ਝੂਠੇ ਇਲਜ਼ਾਮ ਲਾ ਕੇ ਉਹਦੀ ਧੀ ਨੂੰ ਦਿਮਾਗੀ ਤੌਰ ਤੇ ਟੌਰਚਰ ਕੀਤਾ ਜਾਂਦਾ, ਕੀ ਕੁਛ ਉਹਦੇ ਲਈ ਬੋਲਿਆ ਜਾਂਦਾ, ਉਹ ਸਾਰੀਆਂ ਕਹਾਣੀਆਂ ਤੁਹਾਨੂੰ ਪਤਾ ਹੀ ਹੈ ਨਾ। ਹੁਣ ਸਾਡੀ ਕੇਸਕੀ ਵਾਲੀ ਬੀਬੀ ਚੈਨਲ ਦੇ ਉੱਤੇ ਆ ਕੇ ਸ਼ਰੇਆਮ ਹਜ਼ਾਰਾਂ ਝੂਠ ਬੋਲ ਕੇ ਗਈ। ਇੱਕ ਵਾਰੀ ਤਾਂ ਅਸੀਂ ਵੀ ਗੁੰਮਰਾਹ ਹੋ ਗਏ ਸੀ ਕਿ ਹੋ ਸਕਦਾ ਭਾਈ ਸਾਡੇ ਤਾਂ ਅੱਜ ਕੱਲ੍ਹ ਬਹੁਤ ਛੋਟੇ ਹੁੰਦਿਆਂ ਦੀ ਗੱਲ ਹੈ, ਜਦੋਂ ਬਲਦੇਵ ਸਿੰਘ ਮਾਨ ਹੁਣੀ ਹੋਏ ਹੋਣੇ ਆ, ਵੀ ਜਿਹੜੀਆਂ ਸ਼ਰੇਆਮ ਇੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਹੋ ਸਕਦਾ ਬੰਦੇ ਕੋਲੋਂ ਕੋਈ ਗਲਤੀ ਹੋਈ ਨਾ ਹੋਵੇ। ਪਰ ਜਦੋਂ ਉਹਦੇ ਪਿੰਡ ਦੇ ਵਿੱਚ ਜਾ ਕੇ ਰਿਪੋਰਟਰਾਂ ਨੇ ਇੰਟਰਵਿਊ ਕੀਤੀ, ਸਰਪੰਚ ਨਾਲ ਇੰਟਰਵਿਊ ਕੀਤੀ, ਸਾਬਕਾ ਖਾੜਕੂ ਨੇ ਇੰਟਰਵਿਊ ਕੀਤੀ, ਉਹਨੇ ਬਾਂਹ ਕੱਢ ਕੇ ਕਿਹਾ ਵੀ ਆਲੇ ਦੁਆਲੇ 100 ਪਿੰਡ ਦੇ ਵਿੱਚੋਂ ਇੱਕ ਬੰਦਾ ਵੀ ਕਹਿ ਦੇਵੇ ਬਲਦੇਵ ਸਿੰਘ ਨੇ ਇੱਕ ਬੰਦਾ ਵੀ ਮਰਾਇਆ ਜਾਂ ਉਹਨੇ ਗਲਤ ਬੰਦਾ, ਅਸੀਂ ਤਾਂ ਉਹ ਬਲਦੇਵ ਸਿੰਘ ਦੇ ਬਾਰੇ ਹੁਣ ਇਹ ਸੋਚਦੇ ਹਾਂ ਵੀ ਤੁਸੀਂ ਉਹਨੂੰ ਦੁਬਾਰਾ ਲੋਕਾਂ ਦਾ ਨਾਇਕ ਬਣਾ ਦਿੱਤਾ। ਗਲਤੀ ਤਾਂ ਨਹੀਂ ਕਿਸੇ ਨੇ ਮੰਨੀ, ਨਾ ਕੋਈ ਤੁਹਾਡੇ ਵਿੱਚੋਂ ਮੁੜ ਕੇ ਆਇਆ ਇਹ ਕਹਿਣ ਵਾਸਤੇ ਵੀ ਸਾਡੇ ਕੋਲ ਇਹ ਸਾਰਾ ਕੁਝ ਜੋ ਕੁਝ ਹੋਇਆ ਗਲਤ ਹੋਇਆ। ਪਰ ਉਹ ਸਿਰਫ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਉਹਦੀ ਨਿਊਜ਼ ਨੂੰ ਕਹਿ ਲਓ ਵੀ ਥੱਲੇ ਦੱਬਣ ਵਾਸਤੇ ਆ ਮਿੰਟੂ ਵਾਲੇ ਝੰਡਿਆਂ ਦਾ ਰੌਲਾ ਪਾ ਕੇ ਬਹਿ ਗਿਆ। ਇੱਥੇ ਜਿਹੜੇ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਰਮਾਲੇ ਆ, ਜਿਹੜੇ ਆ ਪੁਰਾਣੇ ਰਮਾਲੇ ਆ, ਤੁਸੀਂ ਉਹਨਾਂ ਦਾ ਕੀ ਕਰਦੇ ਆ? ਸੰਸਕਾਰੇ ਕਰਦੇ ਆ। ਜਿਹੜੇ ਤੁਹਾਡੇ ਰਮਾਲ ਬੰਨੇ ਜਾਂਦੇ ਆ, ਜਿਹਨਾਂ ਉੱਤੇ ਗੁਰਬਾਣੀ ਵੀ ਲਿਖੀ ਹੁੰਦੀ, ਖੰਡੇ ਵਾਹੇ ਹੁੰਦੇ, ਸਤਨਾਮ ਵਾਹਿਗੁਰੂ ਲਿਖਿਆ ਹੁੰਦਾ, ਜਦੋਂ ਰਮਾਲ ਪੁਰਾਣੇ ਹੋ ਜਾਂਦੇ ਆ ਤੁਸੀਂ ਉਹਨਾਂ ਦਾ ਸੰਸਕਾਰ ਕਰਦੇ ਆ। ਜੇ ਉਹਨੂੰ ਵੀ ਉੱਥੋਂ ਕਿਤੇ ਚਲੋ ਥੱਲਿਓਂ ਝੰਡੇ ਲਿਬੜਿਓ ਲੱਭ ਗਏ, ਉਹਨੇ ਤੁਹਾਨੂੰ ਦੱਸਿਆ ਸੰਸਕਾਰ ਕਰ ਦਿੱਤਾ, ਜੇ ਉਸ ਵੀਰ ਦੇ ਕੋਲੋਂ ਤੁਹਾਡੀਆਂ ਰਿਕਾਰਡਿੰਗਾਂ ਨਾ ਪਈਆਂ ਹੋਣੀਆਂ ਤੇ ਪਤਾ ਨਹੀਂ ਤੁਸੀਂ ਇਹੋ ਜਿਹੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰਾਂ ਨੂੰ ਨਹੀਂ ਬਖਸ਼ ਰਿਹਾ, ਜਿਹੜੇ ਲੋਕਾਂ ਨੂੰ ਰਾਹਾਂ 'ਚੋਂ ਚੱਕ ਕੇ ਲੈ ਕੇ ਆਉਂਦੇ, ਲੋਕਾਂ ਦੇ ਘਰੋਂ ਕੱਢਿਓ ਲੋਕਾਂ ਨੂੰ ਚੱਕ ਕੇ ਲੈ ਕੇ ਆਉਂਦੇ, ਜਿਨ੍ਹਾਂ ਦੇ ਪੈਰਾਂ 'ਚ ਸਿਰਾਂ 'ਚ ਕੀੜੇ ਪਾਏ ਹੁੰਦੇ ਆ ਉਹ ਉਹਨਾਂ ਨੂੰ ਲਿਆ ਕੇ ਸੇਵਾ ਕਰਦੇ ਆ। ਇੱਕ ਮਹੀਨੇ ਬਾਅਦ ਤੁਸੀਂ ਉਹਨਾਂ ਨੂੰ ਪਛਾਣ ਨਹੀਂ ਸਕਦੇ, ਉਹ ਇਦਾਂ ਦਾ ਬੰਦੇ ਨੂੰ ਬਣਾ ਦਿੰਦੇ ਆ ਜਿਹਨੂੰ ਵੀ ਲੈ ਕੇ ਆਉਂਦੇ ਆ। ਅਸੀਂ ਉਹਨਾਂ ਨੂੰ ਸੇਵਾ ਭੇਜੀ ਉਸ ਵੀਰ ਨੂੰ, ਮੈਂ ਚਲ ਉਹਦੀ ਗੱਲ ਹੁਣ ਇੱਥੇ ਜ਼ਰੂਰ ਕਰੂੰਗਾ। ਸੇਵਾ ਭੇਜੀ ਉਸ ਵੀਰ ਨੇ, ਪੈਸੇ ਨਹੀਂ ਲਾਏ। ਉਹ ਕਹਿੰਦਾ ਜਿਹੜੇ ਹਸਪੀਟਲ ਜਿਹਨਾਂ ਦਾ ਇਲਾਜ ਚੱਲਦਾ ਭਾਈ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾ ਦਿਓ। ਅਸੀਂ ਉਹਦੇ ਉਸ ਟਾਈਮ ਦੇ, ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ, ਇੱਥੋਂ ਜਿਹੜੇ ਪੈਸੇ ਭੇਜੇ ਅਸੀਂ ਉਹਦੇ ਕਾਇਲ ਆ, ਸਾਨੂੰ ਪਤਾ ਉਹ ਬੰਦਾ ਸਹੀ ਆ। ਪਰ ਹੁਣ ਜਿਹੜੇ ਵੀਰ ਇਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਆ, ਕਦੇ ਇਹਨਾਂ ਦੀ ਪੜਚੋਲ ਕਰਕੇ ਦੇਖੂਗੇ ਵੀ ਇਹਨੇ ਕੀ ਕੀਤਾ। ਇਹ ਦਾੜੀਆਂ ਨੂੰ ਫਿਸਕੋ ਲਾ ਕੇ ਤੁਹਾਨੂੰ ਉੱਥੇ ਮਿੱਠੀਆਂ ਮਿੱਠੀਆਂ ਗੱਲਾਂ, ਗੁਰੂ ਸਾਹਿਬ ਜੀ ਇਦਾਂ ਕਹਿ ਗਏ, ਗੁਰੂ ਸਾਹਿਬ ਜੀ ਉਦਾਂ ਕਹਿ ਗਏ। ਤੁਸੀਂ ਵੀ ਕੁਛ ਕਰ ਲਓ। ਗੁਰੂ ਸਾਹਿਬ ਜੀ ਤਾਂ ਬਹੁਤ ਕੁਛ ਕਰ ਗਏ, ਉਹ ਤਾਂ ਬੱਚੇ ਕੁਰਬਾਨ ਕਰਕੇ ਸਾਰਾ ਕੁਛ ਕਰ ਗਏ। ਤੁਹਾਡੀ ਤਾਂ ਝੱਟੇ ਚੀਕ ਨਿਕਲ ਜਾਂਦੀ ਮਾੜੀ ਜਿਹੀ ਗੱਲ ਦੇ ਉੱਤੇ। ਮੇਰਾ ਵੀ ਰਹਿਮ ਕਰੋ, ਇਹ ਸਿਆਸਤਾਂ, ਇਹ ਰੋਟੀਆਂ ਕਿਤੇ ਹੋਰ ਸੇਕ ਲਿਓ। ਅੱਜ ਨਾ ਇਹ ਕੰਮ ਕਰੋ। ਜਦੋਂ ਤੁਸੀਂ ਕੋਈ ਪੋਲੀਟੀਕਲ ਪਾਰਟੀ ਬਣਾ ਲਈ ਨਾ, ਉਦੋਂ ਤੁਸੀਂ ਜਿੰਨਾ ਮਰਜ਼ੀ ਭੰਡੇ ਪ੍ਰਚਾਰ ਕਰ ਲਿਓ। ਤੁਸੀਂ ਕਾਮਰੇਡਾਂ ਨੂੰ ਨਿੰਦ ਲਿਓ, ਤੁਸੀਂ ਮਸ਼ੀਨਰੀਆਂ ਨੂੰ ਨਿੰਦ ਲਿਓ, ਤੁਸੀਂ ਜਿਹਨੂੰ ਮਰਜ਼ੀ ਨਿੰਦ ਲਿਓ। ਅੱਜ ਰਹਿਮ ਕਰੋ। ਮੈਂ ਇੱਕ ਵੀਰ ਨਾਲ ਗੱਲ ਕਰਦਾ ਸੀ, ਉਹ ਮੈਨੂੰ ਕਹਿੰਦਾ ਯਾਰ ਇਹ ਕਿੱਦਾਂ ਦੇ ਨਿਰਦਈ ਲੋਕ ਹੋਣਗੇ। ਕਹਿੰਦਾ ਗੋਲਿਆਂ ਵਰਗੇ ਲੋਕਾਂ ਦੇ ਪੁੱਤ ਮਰ ਗਏ, ਉੱਥੇ ਸਾਡੇ ਬਜ਼ੁਰਗ ਮਰ ਗਏ, ਯਾਰ ਇਹਨਾਂ ਨੂੰ ਤਰਸ ਨਹੀਂ ਆਉਂਦਾ। ਮੈਂ ਕਿਹਾ ਇਹ ਸ਼ਿਕਾਰੀ ਲੋਕ ਹੈ। ਜਦੋਂ ਇੱਕ ਸ਼ਿਕਾਰੀ ਸ਼ਿਕਾਰ ਕਰਨ ਨਿਕਲਦਾ ਨਾ, ਉਹਨੂੰ ਸਿਰਫ ਤੇ ਸਿਰਫ ਆਪਣੇ ਚੁੱਲ੍ਹੇ 'ਚ ਪੈਣੇ ਵਾਲਾ ਮੀਟ ਦੀਦਾ ਹੁੰਦਾ। ਉਹਦੇ ਹੱਥ ਖਰਗੋਸ਼ ਆ ਜਾਵੇ, ਉਹਦੇ ਹੱਥ ਮੋਰ ਆ ਜਾਵੇ, ਉਹਦੇ ਹੱਥ ਜਿੰਨਾ ਮਰਜ਼ੀ ਕੋਈ ਸੋਹਣਾ ਪੰਛੀ ਆ ਜਾਵੇ, ਉਹਨੂੰ ਮਤਲਬ ਹੁੰਦਾ ਉਹਨੂੰ ਮਾਰ ਕੇ ਉਹਦੀ ਖੱਲ ਲਾ ਕੇ ਪਰੇ ਸਿੱਟਣੀ ਆ, ਉਹਦੇ ਵਿੱਚੋਂ ਮੀਟ ਕੱਢ ਕੇ ਖਾਣਾ। ਇਹਨਾਂ ਲੋਕਾਂ ਨੂੰ ਜਾਂ ਤਾਂ ਕੁਰਸੀ ਦੀਦੀ ਹੈ, ਜਾਂ ਇਹਨਾਂ ਲੋਕਾਂ ਨੂੰ ਬਾਹਰੋਂ ਜਾਂਦਾ ਪੈਸਾ ਦੀਦਾ। ਆ ਕਿੱਦਾਂ ਕਈ ਪ੍ਰਚਾਰਕ ਕਿੱਲ ਕੇ ਬੋਲਦੇ ਆ, ਕਿੱਲ ਕੇ ਜਥੇਬੰਦੀਆਂ ਦੀਆਂ ਮੁਖਾਲਫਤਾਂ ਕਰਦੇ ਆ। ਇੱਕ ਅੱਧੀ ਵਾਰੀ ਬੋਲਦੇ, ਲੱਭਦੇ ਤਾਂ ਹੈ ਨਹੀਂ। ਉਹਨਾਂ ਨੂੰ ਪਤਾ ਕੀ ਆ ਵੀ ਜਿਹੜੇ NRI ਇੱਥੇ ਬੈਠੇ ਆ, ਵੱਡੇ ਵੱਡੇ ਪੇਜ ਚਲਾਉਂਦੇ ਆ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਤੁਹਾਨੂੰ ਪਤਾ ਕਿਹੜੇ ਆ। ਜੇ ਸਾਨੂੰ ਕੱਲ੍ਹ ਸਪਾਂਸਰਾਂ ਭੇਜਣਗੇ, ਅਸੀਂ ਉੱਥੇ ਜਾਵਾਂਗੇ, ਸਾਡੀ ਗਿਆਂ ਦੀ ਉੱਥੇ ਸੇਵਾ ਕਰਨਗੇ। ਭੁੱਖ ਨੰਗ ਆ, ਭੁੱਖ ਨੰਗ ਮੇਰੇ ਪਰਖਿਓ ਆ। ਮੈਂ ਖਾਲਸਾ ਏਡ ਵਾਲਾ ਵੀਰ ਰਵੀ ਸਿੰਘ ਆ, ਮੈਨੂੰ ਇੱਕ ਦਿਨ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ ਬੜਾ ਸਤਿਕਾਰ ਹੈ ਤੁਹਾਡਾ, ਤੁਸੀਂ ਇਸ ਝੰਜਟ 'ਚ ਨਾ ਪਾਓ, ਤੁਹਾਨੂੰ ਕੀ ਪਤਾ ਵਿੱਚੋਂ ਕੀ ਨਿਕਲਣਾ, ਖੁਦੋਂ ਦਿਓ। ਉਹਦੇ ਮੈਂ ਕਮੈਂਟ ਕੀਤਾ, ਮੇਰੇ ਕਮੈਂਟ ਨੂੰ 350-400 ਬੰਦਾ ਲਾਈਕ ਕਰ ਗਿਆ। ਉਹਨਾਂ ਨੂੰ ਥੱਲੇ ਆ ਕੇ ਜਵਾਬ ਦੇਣਾ ਪਿਆ। ਉਹ ਕਹਿੰਦੇ ਵੀਰ ਜੀ ਨਾ ਲਿਖੀਏ ਕੁਛ। ਮੈਂ ਉਹਨਾਂ ਨੂੰ ਫੋਨ ਨੰਬਰ ਭੇਜਿਆ ਸੀ, ਮੈਂ ਕਿਹਾ ਜੀ ਮੈਨੂੰ ਕਾਲ ਕਰ ਲਿਓ, ਆਪਾਂ ਫੋਨ ਦੇ ਉੱਤੇ ਗੱਲ ਕਰਾਂਗੇ। ਇੱਕ ਥੱਲੇ ਕੋ ਆਇਆ, ਉਹਨੇ ਪੇਜ ਬਣਿਆ, ਕੋਈ ਕਾਮਰੇਡਾਂ ਦਾ ਜੀਜਾ ਬਣਿਆ, ਕੋਈ ਕਾਮਰੇਡਾਂ ਦਾ ਸਾਲਾ ਬਣਿਆ। ਉਹ ਕਾਮਰੇਡਾਂ ਦੇ ਜੀਜੇ ਵਾਲਾ ਕੇ ਥੱਲੇ ਕਹਿੰਦਾ ਤੇਰੇ 'ਚ ਕੌਣ ਬੋਲਦਾ? ਰਾਜੇਵਾਲ ਬੋਲਦਾ, ਅਮਿਤ ਸ਼ਾਹ ਬੋਲਦਾ, ਕੈਪਟਨ ਬੋਲਦਾ ਕਿ ਮੋਦੀ ਬੋਲਦਾ? ਮੈਂ ਕਿਹਾ ਜੀ ਮੇਰੇ 'ਚ ਗੁਰੂ ਗ੍ਰੰਥ ਸਾਹਿਬ ਬੋਲਦਾ। ਮੈਂ ਥੱਲੇ ਇੱਕ $11,000 ਦੀ ਰਸੀਦ ਪਾਤੀ। ਮੈਂ ਕਿਹਾ ਮੈਂ ਇਹਨਾਂ ਦਾ ਸ਼ੁਭ ਚਿੰਤਕ ਕਿਹਾ ਵੀਰ ਰਵੀ ਸਿੰਘ ਉਹਨਾਂ ਦਾ। ਆ $11,000 ਮੈਂ ਉਦੋਂ ਭੇਜਿਆ ਸੀ ਜਦੋਂ ਪਿਛਲੇ ਵਾਰੀ ਹੜ੍ਹ ਆਏ ਆ ਪੰਜਾਬ ਦੇ ਵਿੱਚ, ਤੇ 10 ਸਾਲ ਹੋ ਚੱਲੇ, $250 ਹਰੇਕ ਮਹੀਨੇ ਜਾਂਦਾ ਸਾਡੇ ਅਕਾਊਂਟ ਦੇ ਵਿੱਚੋਂ। ਤੇ ਵੀਰ ਜੀ ਤੁਹਾਡਾ ਕੋਈ ਯੋਗਦਾਨ?
ਉਹ ਮੂਹਰੇ ਥੱਲੇ ਲਿਖਦਾ ਕਹਿੰਦਾ ਯੋਗਦਾਨ ਤਾਂ $1 ਦਾ ਹੀ ਬਹੁਤ ਹੁੰਦਾ। ਮੈਂ ਕਿਹਾ ਜੀ ਤੁਸੀਂ $1 ਦੀ ਰਸੀਦ ਪਾ ਦਿਓ। ਕਹਿੰਦਾ ਜੀ ਮੈਂ ਤਾਂ ਰਵੀ ਸਿੰਘ ਦੇ ਪਿੱਛੇ ਜਾਨ ਦੇਣ ਨੂੰ ਤਿਆਰ ਆ, ਤੁਸੀਂ ਡਾਲਰ ਦੀ ਗੱਲ ਕਰਦੇ ਆ। ਮੈਂ ਕਿਹਾ ਜਾਨ ਦੀ ਬਾਅਦ ਚ ਕਰਾਂਗੇ, ਪਹਿਲਾਂ ਰਸੀਦ ਤਾਂ ਭੁੱਖ ਨੰਗ ਹੈ, ਇਹ ਕਾਸੇ ਜੋਗੇ ਨਹੀਂ। ਉਹ ਮੇਰੇ ਉਹ ਪ੍ਰਚਾਰਕੋ, ਉਹ ਤੁਹਾਡੇ ਲਈ ਸਾਡੇ ਮਨਾਂ 'ਚ ਸਤਿਕਾਰ ਸੀਗਾ। ਐਡੀਆਂ 2 ਬੱਤਕਾਂ ਜਿਹੀਆਂ ਤੁਰੀਆਂ ਫਿਰਦੀਆਂ, ਬਹੁਤ ਸਤਿਕਾਰ ਸੀ ਤੁਹਾਡੇ ਲਈ। ਖਬਰੇ ਇੱਥੇ ਆਇਆ ਨੂੰ ਤੁਹਾਨੂੰ ਅਸੀਂ ਕੀ ਦੇ ਦੇਣਾ ਸੀ। ਸ਼ੁਕਰ ਹੈ ਮੈਂ ਕਹਿੰਦਾ ਕਿਸਾਨ ਅੰਦੋਲਨ ਦਾ ਤੁਸੀਂ ਨੰਗੇ ਹੋ ਗਏ। ਅੰਨਿਆਂ ਨੂੰ ਵੀ ਦੀਦਾ ਕੀ ਹੋ ਰਿਹਾ, ਦੀਦਾ ਤੁਹਾਨੂੰ ਵੀ ਆ, ਤੁਸੀਂ ਨਿਆਣੇ ਨਹੀਂ। ਮੈਨੂੰ ਤਾਂ 26 ਸਾਲ ਪੰਜਾਬ ਤੋਂ ਆਏ ਨੂੰ ਹੋ ਗਿਆ, ਮੈਂ ਮੁੜ ਕੇ ਨਹੀਂ ਗਿਆ। ਮੈਨੂੰ ਇੱਥੇ ਬੈਠੇ ਨੂੰ ਦੀਦਾ ਤੁਹਾਨੂੰ ਵੀ ਸਾਰਾ ਕੁਛ ਹੀ ਹੈ, ਪਰ ਤੁਸੀਂ ਉਹ ਲਾਲਚ ਬਸ ਹੋ ਕੇ ਅੰਨੇ ਹੋਏ ਹੋ। ਸੋ ਇਹ ਵੀਰ ਦੀ ਗੱਲ ਕਰਦੇ ਆ, ਵੀਰ ਨੂੰ ਇਹ ਜੇਲ੍ਹ ਦੀ ਮੈਂ ਗੱਲ ਕਰਦੇ ਵੀ ਜੇਲ੍ਹ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ ਉੱਥੇ ਬੰਦੇ ਬਣਾਉਣ ਲਈ ਲਿਜਾਇਆ, ਤੁਹਾਨੂੰ ਲੀਡਰ ਬਣਾਉਣ ਲਈ ਵੀ ਲੈ ਕੇ ਜਾਂਦੇ ਆ। ਉੱਥੇ ਬਹੁਤ ਬਣਾਏ ਅੱਗੇ। ਹੁਣ ਉਹ ਬਾਹਰ ਆ ਕੇ ਜਦੋਂ ਗੱਲ ਚੱਲਦੀ ਆ, ਫਿਰ ਉਹ ਆਪਣੀ ਉਹਨੇ ਦਿਖਾਉਣੀ ਸੀ ਟੌਰ। ਉਹ ਕਹਿੰਦਾ ਜੀ ਮੈਨੂੰ ਤਾਂ ਉੱਥੇ ਕਿਸੇ ਨੇ ਹੱਥ ਵੀ ਨਹੀਂ ਲਾਇਆ। ਸਾਡੇ 80 ਸਾਲ ਦੇ ਬਜ਼ੁਰਗ ਉਹਨਾਂ ਨੇ 3rd ਡਿਗਰੀਆਂ ਚਾਰਚਰ ਕੀਤੇ, ਤੁਹਾਨੂੰ ਹੱਥ ਵੀ ਨਹੀਂ ਲਾਇਆ। ਉਹ ਹੱਥ ਕਦੇ ਨਹੀਂ ਲਾਇਆ ਜੀ, ਮੇਰੇ ਤੇ ਸ਼ਹੀਦਾਂ ਦਾ ਪਹਿਰਾ ਸੀਗਾ। ਅੱਛਾ, ਸਾਡੇ ਭੁੱਲਰ ਸਾਹਿਬ ਹੋ ਗਏ, ਸਾਡੇ ਜਗਤਾਰ ਸਿੰਘ ਹਵਾਰੇ ਹੋ ਗਏ, ਸਾਡੇ ਅਨੇਕਾਂ ਹੀ ਸ਼ਹੀਦ ਟਾਰਚਰ ਕੀਤੇ ਗਏ, ਕਿਸੇ ਤੇ ਸ਼ਹੀਦਾਂ ਦਾ ਪਹਿਰਾ ਨਹੀਂ ਲੱਗਾ। ਤੂੰ ਜੇਬ ਦੇ ਵਿੱਚ ਕੈਂਚੀ ਦੇ ਮੂੰਹ 'ਚ ਨਾ ਰੱਖਦਾ, ਤੇਰੇ ਤੇ ਸ਼ਹੀਦਾਂ ਦਾ ਪਹਿਰਾ ਲੱਗ ਗਿਆ। ਜਿਹੜੇ ਸਾਡੇ ਸਿੰਘ ਸਰਦਾਰ ਆ ਉਹਨਾਂ ਤੇ ਤਾਂ ਲੱਗਾ ਨਹੀਂ। ਇਹ ਤੇਰੇ ਸ਼ਹੀਦ ਕਿਤੇ RSS ਵਾਲੇ ਤਾਂ ਨਹੀਂ ਹੋਏ? ਇਹ ਕਿਹੜੇ ਸ਼ਹੀਦ ਆ ਜਿਨ੍ਹਾਂ ਦਾ ਪਹਿਰਾ ਤੇਰੇ ਤੇ ਲੱਗਦਾ? ਇਹ ਸਾਡੇ ਸਿੱਖਾਂ ਦੇ ਸ਼ਹੀਦ ਤਾਂ ਹੋ ਨਹੀਂ ਸਕਦੇ, ਕਿਉਂਕਿ ਜੇ ਉਹ ਹੁੰਦੇ ਤਾਂ ਉਹਨੇ ਪਹਿਲਾਂ ਪਹਿਰਾ ਦੇਣਾ ਸੀ ਸਿੰਘਾਂ ਸਰਦਾਰਾਂ ਦੇ। ਫਿਰ ਕਿਤੇ ਜੇ ਤੂੰ ਉਹਨਾਂ ਕੋਲ ਟਾਈਮ ਵਾਧੂ ਹੁੰਦਾ, ਫਿਰ ਆ ਕੇ ਤੇਰੀ ਵਾਰੀ ਆਉਣੀ ਸੀ। ਵੀਰ ਮੇਰਾ ਰਹਿਣ ਦੇ, ਤਾਂ ਪਾਰਟੀ ਬਣਾਉਣੀ ਆ, ਤੈਨੂੰ ਫੰਡਿੰਗ ਵੀ ਭੇਜਾਂਗੇ, ਤੇਰੀ ਹੈਲਪ ਵੀ ਕਰਾਂਗੇ, ਪਰ ਯਾਰ ਕਿਸਾਨ ਮੋਰਚੇ ਨੂੰ ਫੇਲ ਕਰਕੇ ਪਾਰਟੀਆਂ ਬਣਾਉਣ ਦੀ ਟਰਾਈ ਕਰ। ਏਦਾਂ ਨਾ ਵੀ ਤੂੰ ਐਵੇਂ ਮੱਲੋ ਮੱਲੀ ਕਦੇ ਤੂੰ ਕਹਿੰਦਾ ਜੀ ਅਸੀਂ ਪਿੱਛੋਂ ਡਾਹਾਂ ਲਾ ਕੇ ਖੜੇ ਆ, ਇਹਨਾਂ ਨੂੰ ਅਸੀਂ ਹਿੱਲਣ ਨਹੀਂ ਦੇਣਾ। ਡਾਹਾਂ ਲਾ ਕੇ ਅਸੀਂ ਖੜੇ ਆ, ਅਸੀਂ ਉਹਨਾਂ ਦੇ ਸਹਾਰੇ ਆ, ਆਪਣੇ ਬਜ਼ੁਰਗਾਂ ਦੇ। ਨਾਲੇ ਇਕੱਲੇ ਬਜ਼ੁਰਗ ਨਹੀਂ ਬੈਠੇ ਉੱਥੇ, ਸਾਡੇ ਨੌਜਵਾਨ ਵੀ ਬੈਠੇ ਆ, ਸਾਡੀਆਂ ਭੈਣਾਂ ਵੀ ਬੈਠੀਆਂ। ਇਹ ਕੋਈ ਪੰਜਾਬ ਦੇ ਵਿੱਚ ਇਦਾਂ ਦੀ ਫੈਕਟਰੀ ਲੱਗੀ ਹੋਵੇ, ਇੱਕ ਥਾਂ ਤੇ ਨੌਜਵਾਨ ਪੈਦਾ ਹੁੰਦੇ, ਦੂਜੇ ਪਾਸੇ ਬਜ਼ੁਰਗ ਪੈਦਾ ਹੁੰਦੇ ਆ। ਉਹਨਾਂ ਬਜ਼ੁਰਗਾਂ ਦੇ ਹੀ ਉਹ ਨੌਜਵਾਨ ਆ, ਉਹਨਾਂ ਨੌਜਵਾਨਾਂ ਦੇ ਉੱਥੇ ਬਜ਼ੁਰਗ ਬੈਠੇ ਆ। ਪਰ ਤੁਸੀਂ ਜਿਹੜੇ ਆ, ਨਾ ਤੁਸੀਂ ਨੌਜਵਾਨਾਂ ਚਾਹੁੰਦੇ ਆ, ਨਾ ਬਜ਼ੁਰਗਾਂ ਚਾਹੁੰਦੇ ਆ, ਤੁਸੀਂ ਆਉਂਦੇ ਆ ਆਪਣਾ ਕੰਮ ਕੱਢਣ ਵਾਲੇ ਲੋਕਾਂ ਦੇ ਵਿੱਚ। ਹੁਣ ਤੂੰ ਮੇਰਾ ਵੀਰ ਪਿੰਡ ਪਿੰਡ ਜਾ ਕੇ ਜਿਹੜਾ ਪ੍ਰਚਾਰ ਕਰਦਾ, ਤੇਰਾ ਪ੍ਰਚਾਰ ਕਰਨ ਦਾ ਢੰਗ ਕੀ ਆ? ਤੂੰ ਸ਼ੁਰੂਆਤ ਬਹੁਤ ਸੋਹਣੀ ਕਰਦਾ, ਲੋਕੀ ਕੀਲੇ ਜਾਂਦੇ ਆ, ਲੋਕਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਵੀ ਹੁਣ ਠੀਕ ਹੈ, ਜਕਾਰੇ ਛੱਡ ਦਿੱਤੇ 2-3। ਅਖੀਰ ਤੇ ਜਾ ਕੇ ਤੇਰਾ ਕੰਮ ਕੀ ਹੁੰਦਾ? ਤੂੰ ਮਿੱਠੀ ਗੋਲੀ ਦੇ ਵਿੱਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੰਦਾ, ਤੂੰ ਫੇਰ ਜਾ ਕੇ ਕਿਸਾਨਾਂ ਦੇ ਖਿਲਾਫ ਬੋਲਦਾ, ਤੂੰ ਜਥੇਬੰਦੀਆਂ ਦੇ ਖਿਲਾਫ ਬੋਲਦਾ। ਮੈਂ ਲੱਖੇ ਵੀਰ ਦੀ ਇੱਕ ਦਾਤ ਦਿੰਦਾ ਵੀ ਹਜੇ ਤੱਕ ਉਹ ਕਿਸਾਨ ਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂ ਬੋਲਿਆ। ਇਹ ਉਹਦੇ ਵਿੱਚ ਵਾਧਾ ਆ, ਉਹਨੇ ਹਮੇਸ਼ਾ ਜੋੜਨ ਦੀ ਗੱਲ ਕੀਤੀ ਹੈ। ਜੇ ਉਦੋਂ ਕਿਤੇ ਰਾਤ ਨੂੰ ਵੀ ਉਹ ਇਹ ਕੰਮ ਕਰ ਜਾਂਦਾ ਨਾ, ਰਾਤ ਨੂੰ ਜਦੋਂ ਭੇਜਿਆ ਸੀ ਡੱਲੇ ਵਾਲੇ ਨੇ, ਜੇ ਕਿਤੇ ਸਟੇਜ ਤੇ ਜਾ ਕੇ ਖੜ ਜਾਂਦਾ, ਉਹ ਮੁੰਡਿਓ ਗੱਲ ਸੁਣੋ ਮੇਰੀ, ਮੈਂ ਕਰਦਾ ਬੇਨਤੀ, ਜਿਹੜਾ ਵੀ ਦਿੱਤਾ ਆ ਉਹਨਾਂ ਨੇ ਪ੍ਰੋਗਰਾਮ, ਆਪਾਂ ਕੱਲ ਨੂੰ ਉਧਰ ਜਾਣਾ, ਉਸ ਤੋਂ ਬਾਅਦ ਵਿੱਚ ਆਪਾਂ ਇੱਥੇ ਬੈਠੇ ਆ, ਫੇਰ ਕਰ ਲਾਂਗੇ ਜੋ ਮਰਜ਼ੀ ਆ। ਲੱਖਿਆ ਤੈਂ ਘੋਲ ਦਾ ਨਾਇਕ ਹੋਣਾ ਸੀ, ਤੇਰੇ ਗਲ 'ਚ ਗੇਂਦੇ ਵਾਲੇ ਹਾਰ ਪਾ ਕੇ ਕਿਸਾਨਾਂ ਨੂੰ ਮੂਹਰੇ ਤੋਰਨਾ ਪੈਣਾ ਸੀ, ਜੇ ਕਿਤੇ ਉਦੋਂ ਰਾਤ ਨੂੰ ਇੰਨੀ ਗੱਲ ਕਹਿ ਜਾਂਦਾ। ਪਰ ਨਹੀਂ, ਤੈਂ ਰਾਤ ਨੂੰ ਜਾ ਕੇ ਜਿਹੜੀ ਉਦੋਂ ਗਲਤੀ ਕੀਤੀ ਆ, ਉਹਦੇ ਨਾਲ ਤੂੰ ਆਪਣੀ ਇਮੇਜ ਜਿਹੜੀ ਆ ਡੈਮੇਜ ਕਰ ਗਿਆ। ਮੈਨੂੰ ਕਹਿਣ 'ਚ ਕੋਈ ਸ਼ੱਕ ਨਹੀਂ। ਜਿਹੜੀ ਤੂੰ ਰਾਤ ਨੂੰ ਉਦੋਂ ਗੱਲ ਕਹੀ ਨਾ ਜਾ ਕੇ ਉਹਨਾਂ ਨੂੰ ਵੀ ਕੋਈ ਗੱਲ ਨਹੀਂ, ਜਿੱਧਰ ਨੂੰ ਬਾਕੀ ਜਾਣਗੇ ਰਿੰਗ ਰੋਡ ਤੇ ਤੁਸੀਂ ਵੀ ਚੱਲ ਜਾਓ। ਤੂੰ ਵੀਰ ਮੇਰਾ ਗਿਆ ਵੀ ਆ, ਪੰਧੇਰ ਦੇ ਨਾਲ ਗੱਡੀ 'ਚ ਬਹਿ ਕੇ ਗਿਆ, ਉੱਥੇ ਤੇਰੀ ਗਲਤੀ ਆ। ਉਹ ਗਲਤੀ ਨੂੰ ਮੰਨ ਕੇ ਵੀ ਗਾਹਾਂ, ਜੇ ਤੂੰ ਇਹ ਗਲਤੀ ਦੀ ਮੈਂ ਗੱਲ ਕਰਦਾ ਵੀ ਮੰਨ ਕੇ ਆ ਕੇ ਕਿਸਾਨ ਜਥੇਬੰਦੀਆਂ ਰਾਜਾ, ਅਜੇ ਵੀ ਤੇਰਾ ਸਤਿਕਾਰ ਹੈ, ਤਾਂ ਕੁਛ ਨਹੀਂ ਡੈਮੇਜ ਕੀਤਾ। ਜਿਹੜਾ ਡੈਮੇਜ ਕਰਨ ਵਾਲਾ ਬੰਦਾ, ਉਹਦੇ ਅਸੀਂ ਬਿਲਕੁਲ ਖਿਲਾਫ ਖੜੇ ਆ। ਇਹ ਭਰਾਵੋ ਤੁਸੀਂ ਗਰਮ ਖਿਆਲੀਓ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜੇ ਹਿਸਾਬ ਨਾਲ ਸੋਚਦੇ ਆ। ਉਹ ਕਹਿੰਦਾ ਨਿਆਂ ਪ੍ਰਣਾਲੀ ਦੇ ਵਿੱਚ, ਭਾਰਤ ਦੇ ਵਿੱਚ ਮੈਨੂੰ ਪੂਰਾ ਵਿਸ਼ਵਾਸ ਹੈ, ਤਾਂ ਤੁਸੀਂ ਕਹਿੰਦੇ ਸਾਨੂੰ ਵਿਸ਼ਵਾਸ ਹੈ ਨਹੀਂ, ਫੇਰ ਨਾਇਕ ਤੁਹਾਡਾ ਉਹ ਆ। ਤੇ ਕੁਛ ਆ ਸਾਡੇ, ਮੈਂ ਕਹਿਣ ਤੋਂ ਗਰੇਜ ਨਹੀਂ ਕਰਨਾ, ਕੁਛ ਸਾਡੇ ਜਿਹੜੇ ਜਾਗਰਤ ਵੀਰ ਆ, ਮਿਸ਼ਨਰੀ ਵੀਰ ਆ, ਇਹ ਵੀ ਕਹਿੰਦੇ ਜੀ ਦੀਪ ਸਿੱਧੂ ਨੂੰ ਸਮਝਾਇਆ ਜਾਵੇ। ਉਹ ਨਿਆਣਾ, ਉਹ ਐਡਵੋਕੇਟ ਹੈ, ਕਿਉਂ ਸਮਝਾਉਣਾ? ਕਿਉਂਕਿ ਉਹ ਕਹਿੰਦਾ ਸ਼ਹੀਦਾਂ ਦਾ ਪਹਿਰਾ ਹੈਗਾ, ਤੁਸੀਂ ਸ਼ਹੀਦਾਂ ਨੂੰ ਮੰਨਦੇ ਨਹੀਂ। ਵੀਰੋ ਤੁਸੀਂ ਵੀ ਮਿਹਰ ਕਰੋ, ਹਜੇ ਮਿਹਰ ਕਰੋ, ਹਜੇ ਨਾ ਮੇਰਾ ਵੀਰ ਇਹ ਕੰਮ ਕਰੋ, ਠਹਿਰ ਕੇ ਕਰ ਲਾਂਗੇ। ਸੋ ਮੇਰਾ ਇਹ ਇੱਕ ਮਕਸਦ ਹੈ ਵੀ ਜੇ ਆਪਾਂ ਸਾਰੇ ਜਣੇ ਯਾਰ, ਜੇ ਆਪਾਂ ਜੋ ਤੁਹਾਡੇ ਅੰਦਰ ਹੈ ਉਹ ਬੋਲੋ, ਜੋ ਅੰਦਰ ਹੈ ਉਹਨੂੰ ਬਾਹਰ ਲੈ ਕੇ ਆਓ। ਗਲਤ ਹੋਵੋਗੇ ਕੋਈ ਨਹੀਂ, ਕੱਲ ਨੂੰ ਤੁਹਾਨੂੰ ਸਹੀ ਕਰ ਦੂਗਾ ਕੋਈ, ਮੈਨੂੰ ਵੀਰ ਸਹੀ ਕਰ ਦੂਗਾ, ਵੀਰ ਇੱਥੇ ਗਲਤ ਆ ਤੂੰ ਯਾਰ। ਕਈ ਸਾਡੇ ਵੀਰ ਆ, ਮੈਂ ਦੇਖਦਾ ਉਹਨਾਂ ਦਾ ਫੋਨ ਆਉਂਦਾ, ਜਦੋਂ ਫੋਨ ਆਉਂਦਾ ਉਹ ਬਿਲਕੁਲ ਸਾਡੀਆਂ ਗੱਲਾਂ ਦੇ ਨਾਲ ਸਹਿਮਤ ਹੁੰਦੇ ਆ, ਉਹ ਬਿਲਕੁਲ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤ ਹੁੰਦੇ ਆ, ਉਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨਾਲ ਸਹਿਮਤ ਹੁੰਦੇ ਆ।
ਜਦੋਂ ਉਹਨਾਂ ਦੀਆਂ ਫੇਸਬੁੱਕਾਂ ਦੇ ਉੱਤੇ ਜਾ ਕੇ ਉਹਨਾਂ ਦੀਆਂ ਪੋਸਟਾਂ ਪਾਈਆਂ ਦੇਖਦੇ ਆ, ਸ਼ੇਅਰ ਕੀਤੀਆਂ ਦੇਖਦੇ ਆ, ਉਹ ਬਿਲਕੁਲ ਖਿਲਾਫ ਹੋ ਕੇ ਦੂਜੇ ਪਾਸੇ ਝੰਡੇ ਵਾਲਿਆਂ ਨਾਲ ਜਾ ਕੇ ਖੜ ਜਾਂਦੇ ਆ। ਉਹ ਮੈਂ ਕਿਤੇ ਵੀਰ ਨੂੰ ਕਿਹਾ, ਮੈਂ ਕਿਹਾ ਵੀ ਯਾਰ ਇਹ ਸਾਰਾ ਕੁਛ ਹੀ ਕੀ ਹੈ? ਉਹ ਕਹਿੰਦਾ ਵੀਰ ਵੀ ਗੱਲ ਇਹ ਆ ਵੀ ਉਦਾਂ ਤਾਂ ਅਸੀਂ ਤੁਹਾਡੇ ਨਾਲ ਹੀ ਆ, ਵੀ ਸਾਡਾ ਸਰਕਲ ਹੈ, ਸਰਕਲ ਦੇ ਵਿੱਚ ਜੋ 10 ਬੰਦੇ ਉਧਰ ਹੋ ਜਾਂਦੇ ਆ, ਉਹ ਯਾਰ ਸਾਨੂੰ ਉਧਰ ਖੜਨਾ ਪੈਂਦਾ, ਅਸੀਂ ਉੱਪਰੋਂ ਉੱਪਰ ਹੀ ਉਧਰੋਂ ਆ, ਅੰਦਰੋਂ ਅਸੀਂ ਤੁਹਾਡੇ ਨਾਲ ਆ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਇਹ ਇੱਕ ਇਤਿਹਾਸਕ ਵਰਤਾਰਾ ਮੈਨੂੰ ਬਜ਼ੁਰਗ ਨੇ ਦੱਸਿਆ ਸੀ ਕਿਸੇ ਨੇ। ਉਹ ਕਹਿੰਦੇ ਜਦੋਂ ਮਾਸਟਰ ਤਾਰਾ ਸਿੰਘ ਹੋਣੀ ਵੀ ਘੋਲ ਲੜ ਰਹੇ ਸੀ ਨਾ, ਉਦੋਂ ਉਹਨੇ ਲਿਆ ਕੇ ਜਦੋਂ ਬੁੱਢਾ ਜੌੜ ਤੋਂ ਉਹ ਜਿਹੜਾ ਆਪਣੇ ਕੀ ਨਾਂ ਸੀ ਉਹਦਾ, ਸੰਤ ਫਤਿਹ ਸਿੰਘ ਲਿਆ ਕੇ ਵਿੱਚ ਵੜ ਦਿੱਤਾ। ਸਭ ਇਹ ਵੜਦੇ ਹੀ ਆਏ, ਅੱਗੇ ਵੀ ਵੜਦੇ ਆਏ ਆ, ਇਹ ਕੋਈ ਨਵੇਂ ਨਹੀਂ ਵੜੇ ਉਹਨਾਂ ਨੇ। ਜਦੋਂ ਸੰਤ ਫਤਿਹ ਸਿੰਘ ਆਇਆ ਤੇ ਉਹ 2 ਗੁੱਟ ਬਣ ਗਏ। ਇੱਕ ਕੋਈ ਜਥੇਦਾਰ ਉਹਦਾ ਚੰਗਾ ਅਸਰ ਸੂਖ ਸੀਗਾ, ਉਹ ਸੰਤ ਫਤਿਹ ਸਿੰਘ ਉਹਨਾਂ ਦੇ ਨਾਲ ਚਲ ਗਿਆ। ਜਦੋਂ ਚਲ ਗਿਆ, ਉਹ ਨਾਲ ਤੁਰਿਆ ਫਿਰਿਆ ਕਰੇ। ਉਹ ਇੱਕ ਦਿਨ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਜਦੋਂ ਮਿਲਿਆ, ਉਹ ਕਹਿੰਦਾ ਮਾਸਟਰ ਜੀ ਗੱਲ ਇਦਾਂ ਆ ਵੀ ਅੰਦਰੋਂ ਤਾਂ ਅਸੀਂ ਹੈਗੇ ਆ ਤੁਹਾਡੇ ਨਾਲ, ਅਸੀਂ ਬਾਹਰੋਂ ਬਾਹਰ ਜਿਹੜੇ ਆ ਉਹ ਬਾਹਰੋਂ ਬਾਹਰ ਹੀ ਅਸੀਂ ਫਤਿਹ ਸਿੰਘ ਦੇ ਨਾਲ ਆ। ਤੇ ਮਾਸਟਰ ਤਾਰਾ ਸਿੰਘ ਨੇ ਬੇਨਤੀ ਕੀਤੀ, ਜਥੇਦਾਰ ਜੀ ਤੁਸੀਂ ਇਦਾਂ ਕਰੋ, ਤੁਸੀਂ ਅੰਦਰੋਂ ਹੋ ਜਾਓ ਫਤਿਹ ਸਿੰਘ ਦੇ ਨਾਲ, ਸਾਨੂੰ ਤੁਸੀਂ ਬਾਹਰੋਂ ਚਾਹੀਦੇ ਆ। ਸੋ ਮੇਰੇ ਉਹ ਵੀਰੋ, ਉਹ ਸੁਹਿਰਦ ਵੀਰੋ, ਜੇ ਸਮਝਦੇ ਆ ਸਾਨੂੰ ਤੁਸੀਂ ਭਾਈ ਬਾਹਰੋਂ ਬਾਹਰੀ ਫੇਸਬੁੱਕ ਦੇ ਉੱਤੇ ਸਾਡੇ ਨਾਲ ਚਾਹੀਦੇ ਆ, ਅੰਦਰੋਂ ਸਾਨੂੰ ਭਾਵੇਂ ਫੋਨ ਕਰਕੇ ਭਰਾਵਾ ਗਾਲਾਂ ਕੱਢ ਲਿਆ ਕਰੋ। ਰੀਜ਼ਨ ਕੀ ਆ? ਤੁਸੀਂ ਕਈਆਂ ਦੇ ਰੋਲ ਮਾਡਲ ਆ, ਤੁਸੀਂ 50+ ਆ, ਤੁਹਾਡੀ ਇੱਕ ਗੱਲ ਕਹੀਓ ਹਜ਼ਾਰਾਂ ਹੀ ਲੋਕ ਦੇਖਦੇ ਆ। ਉਹ ਲੋਕ ਉਹ ਤੋਂ ਪ੍ਰਭਾਵਿਤ ਹੋ ਕੇ ਜੇ ਕਹਿ ਲਿਓ ਵੀ ਤੁਸੀਂ ਇੱਕ ਕਿਸਮ ਨਾਲ ਨੈਰੇਟਿਵ ਸਿਰਜ ਰਹੇ ਆ, ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ। ਜੇ ਤੁਸੀਂ ਉਹਨੂੰ ਸ਼ੁਗਲ 'ਚ ਲੈਂਦੇ ਆ, ਅਸੀਂ ਮੈਂ ਖੁਦ ਪਤਾ ਨਹੀਂ ਕਿੰਨੇ ਰਿਸ਼ਤੇਦਾਰ, ਕਿੰਨੇ ਆਪਣੇ ਸ਼ਰੀਕੇ ਵਾਲੇ ਗਵਾਏ ਆ। ਸਾਡਾ ਲਾਸਟ ਨੇਮ ਸਿੱਧੂ, ਅੱਧੇ ਕੁ ਤਾਂ ਤੁਰੇ ਹੋਵੇ ਉਹ ਸਿੱਧੂ ਆ ਜੀ। ਮੈਂ ਕਿਹਾ ਸਰਸੇ ਵਾਲਾ ਵੀ ਸਿੱਧੂ, ਉਹਦੇ ਮਗਰ ਵੀ ਹੋ ਜਾਣਾ ਸੀ। ਕਹਿਣ ਦਾ ਮਤਲਬ ਇਹ ਆ ਵੀ ਇੱਥੇ ਤੁਸੀਂ ਕੀ ਗਵਾ ਰਹੇ ਆ, ਕੀ ਗੇਨ ਕਰ ਰਹੇ ਆ, ਇਸ ਚੀਜ਼ ਦੇ ਪਿੱਛੇ ਨਾ ਜਾਓ। ਇਹ ਦੇਖੋ ਤੁਹਾਡੀਆਂ ਨਸਲਾਂ ਦਾ ਬਣਨਾ ਕੀ ਆ। ਇੱਥੋਂ ਪਿੱਛੇ ਮੁੜਨ ਦਾ ਕਾਰਨ ਇਹ ਆ, ਤੁਸੀਂ ਕਦੇ ਵੀ ਮੁੜ ਕੇ ਸਿਰ ਨਹੀਂ ਚੱਕ ਸਕਦੇ, ਨੈਵਰ। ਜੇ ਇਹ ਮੋਰਚਾ ਫੇਲ ਹੁੰਦਾ ਨਾ, ਕਈ ਤਾਂ ਕਹਿੰਦੇ ਆ ਜੀ ਮੋਰਚਾ ਵਿਕ ਗਿਆ, ਫੇਲ ਹੋ ਗਿਆ। ਮੈਂ ਕਿਹਾ ਕੀੜੇ ਪੈ ਜਾਣ ਤੁਹਾਡੀ ਜ਼ੁਬਾਨ ਦੇ ਵਿੱਚ, ਕੀੜੇ ਪੈ ਜਾਣ ਤੁਹਾਡੀ ਜ਼ੁਬਾਨ ਦੇ ਵਿੱਚ ਜੇ ਤੁਸੀਂ ਇੰਨੀ ਗੱਲ ਕਹਿੰਦੇ ਆ ਤਾਂ। ਸਾਡੇ ਕੰਨ ਪਾੜਦੇ ਇਹ ਗੱਲ ਸੁਣ ਕੇ। ਤੁਹਾਨੂੰ ਉੱਥੇ ਬੈਠੇ ਬਜ਼ੁਰਗ ਬੀਬੀਆਂ ਜਿਹੜੇ ਸਾਰੇ ਜਾਣੇ ਬੈਠੇ ਆ ਉੱਥੇ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ, ਤੁਹਾਨੂੰ ਕੁਛ ਨਹੀਂ ਦਿਖਦਾ। ਜਿੱਦਣ ਕਿਤੇ ਉਹ ਵਿਕ ਗਿਆ, ਜਿੱਦਣ ਫੇਲ ਹੋ ਗਿਆ, ਉਦੋਂ ਅਸੀਂ ਤੁਹਾਡੇ ਨਾਲੋਂ ਵੀ ਜ਼ਿਆਦਾ ਕੜਕਵੀਂ ਆਵਾਜ਼ ਦੇ ਵਿੱਚ ਕਹਾਂਗੇ। ਨਾਲੇ ਇਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੇ ਮੂਹਰੇ ਲੀਡਰ ਵਿਕ ਗਿਆ ਸਾਰਾ ਹੀ ਲੀਡਰ, ਤੁਸੀਂ ਹਰ ਇੱਕ ਬੰਦਾ ਲੀਡਰ ਬਣੋ। ਮੈਂ ਗੱਲ ਕਰਦਾ ਸੀਗਾ ਵੀ ਗੁਰੂ ਘਰਾਂ ਦੇ ਵਿੱਚੋਂ ਬਾਹਰ ਹੋ ਗਿਆ, ਅਸੀਂ ਰਾਜਨੀਤੀ ਚੋਂ ਬਾਹਰ ਹੋ ਗਏ, ਅਸੀਂ ਸਾਡੇ ਕੋਲ ਹੋ ਸਕਦਾ ਆ ਸੋਸ਼ਲ ਮੀਡੀਆ ਜਿਹੜਾ ਵਰਤਦੇ ਆ ਇਹ ਵੀ ਖੋਲਿਆ ਜਾਵੇ ਜਿਹੜੇ ਹਿਸਾਬ ਨਾਲ ਲੱਗੇ ਹੋ ਆ, ਪਰ ਆਪਾਂ ਸਾਰਾ ਕੁਝ ਛੱਡ ਕੇ ਇਹਨੂੰ ਵਰਤਣਾ ਸ਼ੁਰੂ ਕਰੀਏ। ਇਹ ਕੋਈ ਨਹੀਂ ਖੋ ਸਕਦਾ, ਇਹ ਨਹੀਂ ਕੋਈ ਖੋ ਸਕਦਾ। ਸਾਰਾ ਕੁਝ ਖੋਲਣਾ, ਹਰੇਕ ਥਾਂ ਦੇ ਉੱਤੇ ਉਹਨਾਂ ਦਾ ਜ਼ੋਰ ਆ, IT ਸੈੱਲ ਬੈਠਾ, ਇੱਥੇ ਗਾਲਾਂ ਪੈਣੀਆਂ, ਸਾਰਾ ਕੁਝ ਹੋਣਾ। ਜਿਹੜੇ ਲੋਕ ਮਾੜੇ ਜਿਹੇ ਹੈਗੇ ਆ ਉਹ ਪਿੱਛੇ ਹਟ ਜਾਊਗੇ, ਜਿਹੜੇ ਥੋੜ੍ਹੇ ਜਿਹਾ ਡਰਪੋਕ ਲੋਕ ਆ ਉਹਨੇ ਕਹਿਣਾ ਛੱਡੋ ਪਰੇ, ਆਪਾਂ ਕੀ ਲੈਣਾ, ਕੰਮ ਕਰਦੇ ਆ। ਜੇ ਨਿੱਜੀ ਤੌਰ ਤੇ ਮੈਂ ਆਪਣੀ ਜ਼ਿੰਦਗੀ ਦੇਖਾਂ, ਪ੍ਰਮਾਤਮਾ ਦੀ ਪੂਰੀ ਕਿਰਪਾ, ਮੈਨੂੰ ਨੇੜੇ ਦੇ ਜਾਣਨ ਵਾਲਿਆਂ ਨੂੰ ਪਤਾ 26 ਸਾਲ ਮੈਂ ਲਗਾਤਾਰ ਅਮਰੀਕਾ ਜਾ ਕੇ ਮਿਹਨਤ ਕੀਤੀ ਆ। ਅੱਜ ਮੇਰੇ ਦਿਨ ਬਹੁਤ ਸੋਹਣੇ ਆ, ਮੈਨੂੰ ਕੋਈ ਬੋਲਣ ਦੀ ਲੋੜ ਨਹੀਂ। ਪਰ ਕੀ ਆ, ਮੇਰਾ ਇੱਕ ਪਿਛੋਕੜ ਹੈ, ਮੇਰਾ ਪਿਛੋਕੜ ਹੈ ਕਿਰਸਾਨੀ। 2 ਪੀੜ੍ਹੀਆਂ 2 ਪੁਸ਼ਤਾਂ ਆਪਣੀਆਂ ਇਸ ਗੰਦੇ ਸਿਸਟਮ ਦੀ ਭੇਟ ਚੜਾਈਆਂ। ਮੈਂ ਗਿਆ ਨਹੀਂ ਮੁੜ ਕੇ ਪੰਜਾਬ, 26 ਸਾਲ ਹੋ ਗਏ, ਹੋ ਸਕਦਾ ਗਾਂ ਵੀ ਜਾਣ ਦਾ ਕੋਈ ਸਬੱਬ ਨਾ ਬਣੇ। ਪਰ ਮੈਂ ਚਾਹੁੰਦਾ ਵੀ ਹੋਰ ਇਹ ਜਾਨਾਂ ਜਿਹੜੀਆਂ ਆ ਗੰਦੇ ਸਿਸਟਮ ਦੀ ਭੇਟ ਨਾ ਚੜਨ। ਠੀਕ ਆ, ਜਦੋਂ ਉਹ ਬਿੱਲ ਨਹੀਂ ਵੀ ਸੀ ਆਈ ਖੇਤੀ, ਉਦੋਂ ਵੀ ਘਾਟੇ ਦਾ ਸੌਦਾ ਸੀ, ਕਿਉਂਕਿ ਜਿਹੜੇ ਲੋਕ ਉਹ ਫਸਲਾਂ ਬੀਜਦੇ, ਹੁਣ ਅਸੀਂ ਜ਼ਿਆਦਾ ਆਲੂ ਬੀਜਦੇ ਸੀਗੇ, ਸਾਨੂੰ ਆਲੂਆਂ ਦੇ ਵਿੱਚ ਲਗਾਤਾਰ ਘਾਟੇ ਪਏ ਆ, ਕਿਉਂਕਿ ਆਲੂਆਂ ਦੇ ਉੱਤੇ MSP ਨਹੀਂ ਸੀ ਮਿਲਦੀ। ਜੇ ਕਿਤੇ 500 ਦੀ ਬੋਰੀ ਹੋ ਗਈ ਆ ਤੇ ਜ਼ਿਮੀਂਦਾਰ ਨੇ ਆਪਣਾ ਥੋੜਾ ਖਰਚਾ ਖੁੱਲਾ ਕਰ ਲੈਣਾ, ਕੋਈ ਮਕਾਨ ਬਣਾ ਲਿਆ, ਕੋਈ ਕਾਰ ਲੈ ਆਂਦੀ, ਮੋਰਲੇ ਸਾਲ ਉਹੀ ਬੋਰੀ ਜਿਹੜੀ ਸੀ ਉਹ 5 ਰੁਪਏ ਨੂੰ ਵੀ ਹੋ ਜਾਂਦੀ, ਕਰੀ ਕਤਾਨਾ ਸਿੱਟਣੇ ਪੈਂਦੇ ਸੀਗੇ। ਕੋਈ ਸਿਸਟਮ ਹੀ ਹੈ ਨਹੀਂ। ਗਵਰਨਮੈਂਟ ਪਿੱਛੇ ਤੁਹਾਨੂੰ ਇੱਕ ਪੰਜੀ ਦੀ ਮਦਦ ਨਹੀਂ ਦਿੰਦੀ। ਜੇ ਸੈਂਟਰ ਵੱਲੋਂ ਮਦਦ ਆਉਂਦੀ ਵੀ ਸੀ ਕਿਸੇ ਫਸਲ ਤੇ, ਉਹ ਪਟਵਾਰੀ ਖਾ ਜਾਂਦੇ ਜਾਂ ਅਸਰ ਸੂਖ ਵਾਲੇ ਲੋਕ ਛਕ ਜਾਂਦੇ ਸੀਗੇ। ਸੋ ਇੱਕ ਪਿਛੋਕੜ ਆ ਜਿਹਦੇ ਕਰਕੇ ਸਭ ਤੋਂ ਬੋਲਣ ਤੋਂ ਰਹਿ ਨਹੀਂ ਹੁੰਦਾ, ਨਹੀਂ ਤਾਂ ਮੇਰਾ ਵੀ ਬੋਲੇ ਤੋਂ ਬਿਨਾਂ ਸਰਦਾ। ਤੇ ਮੇਰੇ ਵੀਰੋ, ਜਿੰਨੇ ਵੀ ਤੁਸੀਂ ਸਵਰਦੇ ਆ, ਬੋਲੋ, ਪੋਸਟਾਂ ਪਾਓ, ਲਿਖੋ। ਅੱਜ ਤੁਹਾਡੀ ਲੋੜ ਹੈ, ਅੱਜ ਤੁਹਾਡੀ ਉੱਪਰੋਂ ਲੋੜ ਹੈ। ਅੰਦਰੋਂ ਨਾ ਮੁੜ ਕੇ ਕਹੀ ਜਾਏ ਅੰਦਰੋਂ ਤੁਹਾਡੇ ਨਾਲ ਸੀਗੇ, ਉੱਪਰੋਂ ਸੀ ਨਾ। ਉੱਪਰੋਂ ਤੁਹਾਡੀ ਲੋੜ ਹੈ, ਤੁਹਾਨੂੰ ਲੋਕਾਂ ਨੇ ਦੇਖਣਾ, ਆਵਾਜ਼ ਕਰਨਾ। ਸੋ ਇਹ ਵੀਰ ਬਾਹਰ ਆ ਕੇ ਜਿਹੜੀਆਂ ਵੀ ਹੁਣ ਆਪਣੀਆਂ ਪਿੰਡਾਂ ਦੇ ਵਿੱਚ ਜਾ ਕੇ ਆ ਨੁੱਕਰ ਮੀਟਿੰਗਾਂ ਕਰ ਰਿਹਾ, ਇਸ ਡੇਂਜਰਸ, ਇਹ ਖਤਰਨਾਕ ਆ। ਸਰਕਾਰੀ ਉਹਨਾਂ ਨੂੰ ਕਿਸਾਨੀ ਲੀਡਰਾਂ ਨੂੰ ਵੀ ਇਹ ਗੱਲ ਚਾਹੀਦੀ ਆ ਵੀ ਇਹਨੂੰ ਗੰਭੀਰਤਾ ਨਾਲ ਲੈਣ, ਕਿਉਂਕਿ ਸਾਡੇ ਆਮ ਹੀ ਜੇ ਕਹਿ ਦਈਏ ਵੀ ਘਰਾਂ ਦੇ ਵਿੱਚ ਹੁੰਦਾ ਵੀ ਜਿਹੜਾ ਬੰਦਾ ਘਰੇ ਚੱਲ ਕੇ ਆ ਗਿਆ, ਉਹਨੂੰ ਤਾਂ ਬੀਬੀਆਂ ਵੀ ਕਹਿੰਦੀਆਂ ਵੀ ਚਲੋ ਭਾਈ ਜੇ ਤੁਹਾਡੇ ਘਰੇ ਆ ਗਿਆ ਇਹਦੀ ਗੱਲ ਸੁਣ ਲਓ। ਗੱਲਾਂ ਕਰਨ ਦਾ ਉਹ ਕਾਰੀਗਰ ਆ,
ਉਹ ਗੱਲਾਂ ਦੇ ਵਿੱਚ ਲੋਕਾਂ ਨੂੰ ਲੈਂਦਾ, ਇਹ ਗੱਲ ਮੰਨਣੇ ਵਾਲੀ ਆ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹ ਦੁਬਾਰਾ ਲੋਕਾਂ ਨੂੰ ਇਕੱਠੇ ਕਰਕੇ ਲੈ ਕੇ ਆਇਆ, ਪਹਿਲੀ ਵਾਰੀ ਤਾਂ ਆਪਾਂ ਗਏ ਬਚ, ਜਦੋਂ ਇਹ ਮੋਰਚਾ ਹਿੰਸਕ ਹੋਇਆ ਨਾ। ਹੁਣ ਮੈਂ ਤੁਹਾਨੂੰ ਦੱਸਦਾ ਲੋਕੀ ਤੁਹਾਡੇ ਨਾਲ ਕਾਹਤੇ ਜੁੜੇ ਹੋ ਆ, ਸਾਰਾ ਸੰਸਾਰ ਕਾਹਤੇ ਜੁੜਿਆ ਆ। ਸਾਰਾ ਸੰਸਾਰ ਲੜ ਲੜ ਕੇ ਥੱਕ ਚੁੱਕਾ, ਅਮਰੀਕਾ ਲੜ ਕੇ ਥੱਕ ਚੁੱਕਾ, ਰਸ਼ੀਆ ਥੱਕ ਚੁੱਕਾ, ਵਰਲਡ ਪਾਵਰਾਂ ਰਹੀਆਂ ਆ, ਸਪੇਨ ਵਰਗੀਆਂ, ਫਰਾਂਸ ਵਰਗੀਆਂ ਕੰਟਰੀਆਂ ਥੱਕ ਗਈਆਂ, ਪੀਸ ਭਾਲਦੇ ਆ। ਤੁਹਾਡੇ ਇਸ ਪੀਸਫੁੱਲ ਅੰਦੋਲਨ ਤੋਂ ਸਾਰਾ ਮੁਲਕ ਪ੍ਰਭਾਵਿਤ ਹੋ ਕੇ ਤੁਹਾਡੇ ਨਾਲ ਖੜਾ। ਸਰਕਾਰ ਦਾ ਇੱਕੋ ਇੱਕ ਜ਼ੋਰ ਲੱਗਾ ਆ ਵੀ ਇਹ ਪੀਸਫੁੱਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਿੰਸਕ ਕਰ ਦਈਏ। ਇਹ ਹਿੰਸਕ ਕਰਕੇ ਉਹਨਾਂ ਨੂੰ ਤੋੜਨਾ, ਉਜਾੜਨਾ ਬਹੁਤ ਸੌਖਾ ਹੈ। ਤੁਹਾਡੇ ਨਾਲ ਲੋਕਾਂ ਨੇ ਟੁੱਟ ਜਾਣਾ। ਉਹ ਲੋਕਾਂ ਦੀ ਸਿੰਪਥੀ ਤੋਂ ਡਰਦੇ ਆ, ਨਾ ਕਿ ਤੁਹਾਡੇ ਤੋਂ। ਤੁਸੀਂ ਤਾਂ ਉੱਥੇ ਜੇ 50,000 ਵੀ ਬੈਠਾ ਹੋਇਆ, ਉਹਨਾਂ ਕੋਲ ਮਿਲਟਰੀ ਆ, ਉਹਨਾਂ ਨੇ ਗੰਨਾਂ ਦੇ ਨਾਲ, ਉਹਨਾਂ ਨੇ ਬੰਬਾਂ ਦੇ ਨਾਲ ਜਦੋਂ ਮਰਜ਼ੀ ਠਾਲ ਦੇਣਾ। ਗੱਲ ਉਹ ਨਹੀਂ, ਮੁੜ ਕੇ ਮੂੰਹ ਵੀ ਦਿਖਾ ਲੈਣਾ ਇੱਥੇ ਆ ਕੇ, ਦੂਜੀਆਂ ਕੰਟਰੀਆਂ 'ਚ ਵੀ ਆਉਣਾ। ਖਾੜਕੂ ਲਹਿਰ ਕਿੱਦਾਂ ਖਤਮ ਹੋਈ ਸੀ? ਖਾੜਕੂ ਲਹਿਰ ਨੂੰ ਉਹ 88 ਦੇ ਵਿੱਚ, 99 ਦੇ ਵਿੱਚ ਵੀ ਖਤਮ ਕਰ ਸਕਦੇ ਸੀ, ਪਰ ਨਹੀਂ, ਉਦੋਂ ਲੋਕ ਤੁਹਾਡੇ ਨਾਲ ਸੀਗੇ। ਉਦੋਂ ਦੁਨੀਆ ਦੀ ਅੱਖ ਸੀਗੀ ਵੀ ਤੁਸੀਂ ਇਹ ਘਾਣ ਕਰ ਰਹੇ ਆ ਮਨੁੱਖੀ ਦਾ, ਮਨੁੱਖਤਾ ਦਾ ਘਾਣ ਕਰੂਗੀ ਗੌਰਮੈਂਟ ਜੇ ਇਹਨਾਂ ਨੂੰ ਮਾਰਿਆ ਗਿਆ। ਇਹ ਲੋਕ ਆਪਣੇ ਹੱਕ ਮੰਗਦੇ ਆ, ਇਹਨਾਂ ਕੋਲ ਆਨੰਦਪੁਰ ਸਾਹਿਬ ਦਾ ਮਤਾ ਆ, ਇਹਨਾਂ ਕੋਲ ਹੱਕਾਂ ਦੀ ਲੜਾਈ ਆ। ਉਹਨਾਂ ਨੇ ਆਪਣੇ ਬੰਦੇ ਵਿੱਚ ਬਾੜੇ। ਪਹਿਲਾਂ ਖਾੜਕੂ ਜਿਹੜੀ ਲਹਿਰ ਸੀ ਤੁਹਾਡੀ, ਉਹਨੂੰ ਹਿੰਸਕ ਕੀਤਾ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨਕਲੀ ਖਾੜਕੂਆਂ ਨੇ ਕੀ ਕੁਛ ਨਹੀਂ ਕੀਤਾ, ਤੁਹਾਨੂੰ ਪਤਾ। ਆ ਜਿਹੜੇ ਮੇਰੇ ਵੀਰ ਨਾ ਆ ਜ਼ਿਆਦਾ ਦਮਗਜੇ ਮਾਰਦੇ ਆ ਵੀ ਚੱਕ ਦਿਓ, ਰੱਖ ਲਓ, ਇਹ 'ਚ ਦੋ ਤਰ੍ਹਾਂ ਦੇ ਆ। ਬਹੁਤੇ ਉਹ ਆ ਜਿਹੜੇ 84 ਤੋਂ ਪਹਿਲਾਂ ਇੱਥੇ ਬਾਹਰ ਆ ਗਏ, ਬਹੁਤੇ ਉਹ ਆ ਜਿਹੜੇ 90 95 ਤੋਂ ਬਾਅਦ ਦੇ ਜੰਮੇ ਹੋ ਆ। ਜਿਹਨੀ ਸਾਡੇ ਵਰਗੇ ਨੇ 84 ਤੋਂ ਲੈ ਕੇ 95 ਤੱਕ ਉੱਥੇ ਟਾਈਮ ਦੇਖਿਆ, ਉਹਨਾਂ ਨੂੰ ਪੁੱਛ ਕੇ ਦੇਖੋ ਉਹ ਟਾਈਮ ਕਿਦਾਂ ਦਾ ਸੀਗਾ। ਉਹ ਜਿੱਦਾਂ ਚੱਕੀ ਦੇ ਪੁੜ ਦੇ ਵਿਚਾਲੇ ਨਹੀਂ ਦਾਣੇ ਪਿਸਦੇ ਆ, ਐਦਾਂ ਲੋਕੀ ਪਿਸੇ ਆ ਦੋਨੇ ਪਾਸੇ, ਨਕਲੀ ਖਾੜਕੂਆਂ ਦੇ ਵਿੱਚ ਤੇ ਅਸਲੀ ਪੁਲਿਸ ਦੇ ਵਿੱਚ। ਪੁਲਿਸ ਹੀ ਰਾਤ ਨੂੰ ਨਕਲੀ ਖਾੜਕੂ ਬਣ ਕੇ ਆ ਜਾਂਦੀ ਸੀ ਤਾਂ ਕੀ ਕੁਛ ਘਰਾਂ 'ਚ ਕਰਕੇ ਜਾਂਦੀ ਸੀ। ਲੰਮੀਆਂ ਸਟੋਰੀਆਂ ਆ। ਤੁਹਾਨੂੰ ਜਿਹੜੇ ਨਵੇਂ ਜੰਮੇ ਹੋ ਆ, ਤੁਹਾਨੂੰ ਭਰਾਵਾ ਨਾ ਇਹ ਸਮਝ ਆਉਣੀ ਆ, ਟਾਈਮ ਖਰਾਬ ਕਰਨ ਵਾਲੀ ਗੱਲ ਆ। ਤੇ ਜਿਹੜੇ ਮੇਰੇ ਵੀਰ ਨਾ ਜਾਣੂ ਆ, ਉਹ ਬੋਲੋ ਜ਼ਰੂਰ ਵੀ ਸਾਡਾ ਕਿੰਨਾ ਨੁਕਸਾਨ ਕੀਤਾ ਉਸ ਦੌਰ ਨੇ। ਸੋ ਦੌਰ ਨੂੰ ਇਹਨਾਂ ਨੇ ਹਿੰਸਕ ਬਣਾ ਕੇ, ਜਦੋਂ ਉਹਨਾਂ ਨੂੰ ਲੱਗ ਗਿਆ ਪਤਾ, ਉਹਨਾਂ ਦੇ ਸੂਝੇ ਪਿੰਡਾਂ 'ਚ ਤੁਰੇ ਫਿਰਦੇ ਸੀ, ਜਦੋਂ ਲੱਗ ਗਿਆ ਪਤਾ ਵੀ ਹੁਣ ਲਹਿਰ ਜਿਹੜੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਰੂਪ ਧਾਰਨ ਕਰ ਗਈ ਆ ਵੀ ਯਾਰ ਇਹਨਾਂ ਨਾਲ ਤਾਂ ਖੜਾ ਛੁੱਟ ਜਾ ਕਿਸੇ ਤਰ੍ਹਾਂ। ਜਦੋਂ ਲੋਕਾਂ ਦੇ ਘਰਾਂ ਜਾ ਕੇ ਉਹਨਾਂ ਨੇ ਪੁੱਠੇ ਕੰਮ ਕਰਨੇ ਸ਼ੁਰੂ ਕੀਤੇ, ਉਹਨਾਂ ਨੇ 4-5 ਮਹੀਨਿਆਂ ਦੇ ਵਿੱਚ ਜਿਹੜੀ ਮੂਵਮੈਂਟ ਸੀ ਉਹ ਖਤਮ ਕਰਤੀ। ਕੋਈ ਕੁਸਕਿਆ ਵੀ ਹੈ ਨਹੀਂ, ਲੋਕਾਂ ਦੇ ਮਨਾਂ ਦੇ ਵਿੱਚੋਂ ਸਿੰਪਥੀ ਕੱਢ ਲਈ। ਤੁਹਾਡੇ ਮੋਰਚੇ ਦੀ ਇਹ ਮਨਾਂ ਦੇ ਵਿੱਚੋਂ ਲੋਕਾਂ ਦੇ ਸਿੰਪਥੀ ਕੱਢਣਾ ਚਾਹੁੰਦੇ ਆ। ਜਿਹੜਾ ਤੁਹਾਡਾ ਸ਼ਾਂਤਮਈ ਮੋਰਚਾ ਆ, ਇਹ ਹੀ ਕਾਮਯਾਬ ਆ। ਜਿੱਦਣੇ ਹਿੰਸਕ ਹੋ ਗਿਆ ਉਦਣੇ ਮੋਰਚਾ ਖਤਮ ਹੈ। ਭਾਜਪਾ ਨੇ ਉਦੋਂ ਇਹ ਕਹਿ ਲਓ ਵੀ ਧੋਖਾ ਖਾਦਾ। ਜੇ ਕਿਤੇ ਭਾਜਪਾ ਨੂੰ ਵੀ ਪਤਾ ਹੁੰਦਾ ਨਾ ਪਹਿਲਾਂ ਵੀ ਤੁਹਾਡੀ ਏਡੀ ਵੱਡੀ ਤਾਕਤ ਬਣ ਚੁੱਕੇ ਆ, ਤੁਸੀਂ ਬੰਗਾਲ ਦੀਆਂ ਚੋਣਾਂ ਦੇ ਉੱਤੇ ਜਾ ਕੇ ਅਸਰ ਪਾਉਂਗੇ, ਤੁਸੀਂ ਯੂਪੀ ਦੀਆਂ ਪੰਚਾਇਤ ਦੀਆਂ ਚੋਣਾਂ ਦੇ ਅਸਰ ਪਾਉਂਗੇ। ਜੇ ਉਹਨਾਂ ਨੂੰ ਉਦੋਂ ਪਤਾ ਹੁੰਦਾ ਤੇ ਉਹਨਾਂ ਨੂੰ ਚਾਹੇ 5-7 ਹਜ਼ਾਰ ਬੰਦਾ ਮਾਰਨਾ ਵੀ ਪੈ ਜਾਂਦਾ, ਉਹਨਾਂ ਨੇ ਆਪਣਾ ਕੰਮ ਜਿਹੜਾ ਸੀਗਾ ਉਹ ਨਿਬੇੜ ਦੇਣਾ ਸੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਬਹੁਤ ਵੱਡੀ ਪਾਵਰ ਲਈ ਬੈਠੇ ਆ, ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ। ਹੁਣ ਉਹਨੇ ਦੁਬਾਰਾ ਇਹਨੂੰ ਹਿੰਸਕ ਕਰਨ ਦੀ ਟਰਾਈ ਜ਼ਰੂਰ ਕਰਨੀ ਆ। ਪਤਾ ਤਾਂ ਜਥੇਬੰਦੀਆਂ ਨੂੰ ਵੀ ਹੈਗਾ। ਹੁਣ ਜਥੇਬੰਦੀਆਂ ਜਿਹੜੇ ਆਪਣੇ ਪ੍ਰੋਗਰਾਮ ਆ ਉਹ ਦੇ ਕੇ ਵਾਪਸ ਕਾਹਤੇ ਲੈਣੀਆਂ, ਕਿਉਂਕਿ ਉਹ ਤਾਂ ਹਜੇ ਪ੍ਰੋਗਰਾਮ ਦਿੰਦੀਆਂ ਹੁੰਦੀਆਂ, ਉਧਰੇ ਹੋਣ ਲੱਗ ਪਈਆਂ ਬੱਸਾਂ ਭਾਲੋ, ਬੱਸਾਂ ਭਾਲੋ। ਉਹ ਜਿਹੜੇ ਹੋਕਾ ਦੇਣ ਵਾਲੇ ਤੁਹਾਨੂੰ ਪਤਾ ਹੀ ਆ, ਮੱਸੀ ਵਾਲੇ, ਉਹ ਹੋਕਾ ਦੇਣ ਲੱਗ ਪੈਂਦੇ ਆ। ਇਹ ਵਿਚਾਰੇ ਫੇਰ ਕਹਿੰਦੇ ਆ ਵਿਚਾਰੇ ਨਹੀਂ ਆ ਕੇ ਫੇਰ ਖੱਚਾ ਨੇ ਇੱਥੇ ਗੰਦ ਪਾ ਦੇਣਾ। ਇਹਨਾਂ ਨੇ ਇਹਨੂੰ ਇੱਕ ਵਾਰੀ ਹੁਣ ਜੇ ਹਿੰਸਕ ਬਣਾਤਾ, ਸਰਕਾਰ ਨੇ ਹੁਣ ਮੌਕਾ ਜਿਹੜਾ ਆ ਉਹ ਜਾਣ ਨਹੀਂ ਦੇਣਾ। ਉਹਨਾਂ ਨੇ ਪਹਿਲੀਆਂ ਵੀ ਵੀਡੀਓ ਸਾਂਭ ਕੇ ਰੱਖੀਆਂ, ਜਦੋਂ ਤੁਸੀਂ ਪੁਲਿਸ ਵਾਲੇ ਚੱਕ ਕੇ ਥੱਲੇ ਸਿੱਟੇ ਆ, ਉਹਨਾਂ ਨੇ ਕਿਰਪਾਨਾਂ ਘੁਮਾਉਂਦਿਆਂ ਨਿਹੰਗਾਂ ਦੀਆਂ ਵੀ ਵੀਡੀਓ ਸਾਂਭ ਕੇ ਰੱਖੀਆਂ ਆ। ਕੁਛ ਉਹਨਾਂ ਨੇ ਹੁਣ ਬਣਾ ਦੇਣੀਆਂ। ਜਿਹੜੀ UNO ਆ ਜਾਂ ਜਿਹੜੀ ਪੂਰੀ ਦੁਨੀਆ ਦੀ ਲੁਕਾਈ ਆ, ਉਹਨਾਂ ਨੂੰ ਦਿਖਾਉਣ ਵਾਸਤੇ 10 ਵੀਡੀਓ ਬਹੁਤ ਹੁੰਦੀਆਂ, ਜਿਨ੍ਹਾਂ ਦੇ ਵਿੱਚ ਤੁਸੀਂ ਉਹਨਾਂ ਦੇ ਉੱਤੇ ਵਾਰ ਕਰਦੇ ਨਜ਼ਰ ਆਉਂਦੇ ਆ। ਹੋ ਸਕਦਾ ਉਹ ਆਪਣਾ 500-700 ਬੰਦਾ ਪੁਲਿਸ ਦਾ ਵੀ ਤੁਹਾਡੇ ਕੋਲੋਂ ਮਰਾ ਲੈਣ ਆਪਣੇ ਬੰਦੇ ਵਿੱਚ ਵਾੜ ਕੇ। ਸੋ ਇਹ ਚੀਜ਼ ਤੋਂ ਡਰਦੇ ਜਿਹੜੇ ਆ ਲੀਡਰ ਆ ਜਾਂ ਸੰਯੁਕਤ ਮੋਰਚੇ ਵਾਲੇ ਆ, ਕੋਈ ਨਵਾਂ ਪ੍ਰੋਗਰਾਮ ਨਹੀਂ ਦਿੰਦੇ ਵੀ ਜੇ ਅਸੀਂ ਪ੍ਰੋਗਰਾਮ ਦੇਤਾ ਇਹਨਾਂ ਨੇ 26 ਤਰੀਕ ਵਾਲੀ ਆ ਕੇ ਫੇਰ ਕਰਨੀ ਆ। ਤੇ ਜੇ ਹੁਣ ਕੀਤੀ ਉਹਨਾਂ ਨੂੰ ਵੀ ਪਤਾ ਵੀ ਸਾਡੇ ਨਾਲ ਸਰਕਾਰ ਨੇ ਘੱਟ ਨਹੀਂ ਕਰਨੀ। ਸਰਕਾਰ ਹੁਣ ਜਾਂ ਤਾਂ ਮੋਰਚੇ ਨੂੰ ਠਾਲੂਗੀ ਜਾਂ ਇਹਨੂੰ ਬਹੁਤ ਛੇਤੀ ਮੰਨੂਗੀ, ਨਹੀਂ ਤਾਂ ਸਰਕਾਰ ਨੂੰ ਪਤਾ ਵੀ ਅਸੀਂ ਸਿਆਸੀ ਤੌਰ ਦੇ ਉੱਤੇ ਖਤਮ ਹੋਣ ਜਾ ਰਹੇ ਹਾਂ। ਜਿਉਂ-ਜਿਉਂ ਮੋਰਚਾ ਲੰਮਾ ਹੋਈ ਜਾਂਦਾ ਤਿਉਂ-ਤਿਉਂ ਜਿਹੜੀ ਸਰਕਾਰ ਆ ਉਹ ਡੈਮੇਜ ਹੋ ਰਹੀ ਆ। ਸੋ ਵੀਰੋ, ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋ, ਤੁਸੀਂ ਇੱਕ ਗੱਲ ਸੋਚੋ ਵੀ ਇਹ ਲਾ ਕੇ ਮੋਰਚਾ ਕਿਹਦੇ ਲਈ ਬੈਠੇ ਆ, ਜਾਂ ਪੂਰੇ ਭਾਰਤ ਵਾਲੇ ਲੋਕ ਜੇ ਕਿਸੇ ਨੂੰ ਪੰਜਾਬੀ ਹੋਰ ਵੀ ਸਮਝ ਆਉਂਦੀ, ਉਹ ਕਿਹਦੇ ਲਈ ਲਾ ਕੇ ਬੈਠੇ ਆ? ਉਹਨਾਂ ਦੇ ਕੋਲ ਆਪਣੀ ਨਿੱਜੀ ਮਫਾਦ ਆ, ਉਹ ਤੁਹਾਡੇ ਵਾਸਤੇ ਬੈਠੇ ਆ।
ਤੇ ਤੁਸੀਂ ਉਹਨਾਂ ਨੂੰ ਭੰਡਣ ਲੱਗੇ ਹੋ ਆ। ਜਿਹੜੇ ਵੀਰ ਭੰਡਦੇ ਆ, ਚਲੋ ਹੈ ਤਾਂ ਥੋੜੇ ਹੀ ਆ, ਪਰ ਆ ਫੇਸਬੁੱਕ ਦੇ ਉੱਤੇ ਦੇਖਣ ਨੂੰ ਬਹੁਤ ਲੱਗਦੇ ਆ, ਤੁਸੀਂ ਉਹਨਾਂ ਨੂੰ ਭੰਡੀ ਜਾਂਦੇ ਆ। ਜਿੱਦਣ ਉਹਨਾਂ ਨੇ ਜਿੱਤ ਕੇ ਆਉਣਾ ਉਦਣ ਵੀ ਤੁਹਾਡੇ ਫਾਇਦਾ ਹੋਣਾ, ਜੇ ਉਹ ਹਾਰ ਕੇ ਆ ਗਿਆ ਉਦਣ ਵੀ ਤੁਹਾਡੇ ਨੁਕਸਾਨ ਹੋਣਾ। ਉਹਨਾਂ ਇਕੱਲਿਆਂ ਦਾ ਤਾਂ ਹੈ ਨਹੀਂ। ਤੇ ਬਾਕੀ ਅਸੀਂ ਇੱਥੇ ਵੀ ਬੈਠੇ ਆ, ਆਵਾਜ਼ ਅੱਖ ਰੱਖੀਓ ਆ, ਸਾਰੀ ਦੁਨੀਆ ਦੇ ਲੋਕ ਦੇਖ ਰਹੇ ਆ। ਜੇ ਕਿਸੇ ਦੇ ਮਨ 'ਚ ਬੇਈਮਾਨੀ ਹੋਈ ਵੀ ਨਾ, ਉਹ ਕੁਝ ਨਹੀਂ ਕਰ ਸਕਦੇ। ਇੱਕ ਤਾਂ ਉਹ ਇਕੱਲੇ 32 ਨਹੀਂ ਹੈਗੇ ਸੰਯੁਕਤ ਮੋਰਚੇ ਦੇ ਨਾਲ, ਤੁਸੀਂ ਹੋਰ ਦੇਖੋ 400-500 ਜਥੇਬੰਦੀ ਪਿੱਛੇ ਖੜੀ ਆ ਪੂਰੇ ਭਾਰਤ ਦੀ। ਉਹਨਾਂ ਨੂੰ ਤਾਂ ਸਿਰਫ ਭਰਾਵੋ ਤੁਹਾਡੇ ਹੌਸਲੇ ਦੀ ਲੋੜ ਹੈ। ਤੇ ਅਸੀਂ NRI ਵੀਰ, ਮੈਂ ਆਪਣੇ ਵੱਲੋਂ ਜਾਂ ਆਪਣੇ ਪੂਰੇ ਸਰਕਲ ਵੱਲੋਂ ਇੱਕ ਅਸੀਂ ਪ੍ਰੋਗਰਾਮ ਵੀ ਰੱਖਾਂਗੇ ਥੋੜੇ ਦਿਨ ਦੇ ਵਿੱਚ। ਮੈਂ ਸਾਰੀ ਲੀਡਰਸ਼ਿਪ ਨੂੰ, ਸਾਰੇ ਸਾਡੇ ਬਜ਼ੁਰਗਾਂ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ, ਸਹਾਰੇ ਲਈ ਖੜੇ ਹਾਂ। ਉਹ ਤੁਸੀਂ ਲੜੋ ਮੂਹਰੇ ਹੋ ਕੇ। ਤੇ ਜਿਹੜੇ ਮੇਰੇ ਵੀਰ ਨਾ ਜਿਹੜੇ ਲੱਤਾਂ ਖਿੱਚਦੇ ਆ, ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਉਹ ਜਿਹੜੇ ਸਾਡੇ ਵੀਰ ਆ ਨਾ, ਉਹਨਾਂ ਨੂੰ ਲੜ ਲੈਣ ਦਿਓ। ਉਹ ਵਿਚਾਰੇ ਜਿੱਦਾਂ ਕਹ ਲਓ ਵੀ ਅੱਗੇ ਕਿਰਪਾਨਾਂ ਦੀ ਲੜਾਈ ਹੁੰਦੀ ਸੀ ਪੁਰਾਣੇ ਟਾਈਮਾਂ ਦੇ ਵਿੱਚ, ਇੱਕ ਹੱਥ ਨਾਲ ਢਾਲ ਫੜੀ ਹੁੰਦੀ ਸੀ, ਦੂਜੇ ਹੱਥ ਨਾਲ ਕਿਰਪਾਨ ਦਾ ਵਾਰ ਵੈਰੀ ਤੇ ਕੀਤਾ ਜਾਂਦਾ ਸੀ ਤੇ ਢਾਲ ਦੇ ਨਾਲ ਰੋਕਿਆ ਜਾਂਦਾ ਸੀਗਾ। ਹੁਣ ਸਾਡੇ ਕਿਸਾਨ ਲੀਡਰਾਂ ਨੂੰ ਕਰਨਾ ਪਤਾ ਕੀ ਪੈ ਰਿਹਾ ਹੈ? ਉਹਨਾਂ ਨੂੰ ਕਿਰਪਾਨ ਦੇ ਨਾਲ ਤਾਂ ਵੈਰੀ ਨਾਲ ਮੂਹਰੇ ਲੜਨਾ ਪੈ ਰਿਹਾ। ਕਿਰਪਾਨ ਤੋਂ ਪਿਛਲਿਆਂ ਦੇ ਮਾਰ ਨਹੀਂ ਸਕਦੇ ਹਨਾ, ਪਰ ਉਹਨਾਂ ਨੂੰ ਢਾਲ ਜ਼ਰੂਰ ਕੀਤੀ ਹੋਆ। ਪਿੱਛੋਂ ਕਦੇ ਉਹ ਸਾਡਾ ਉਦੋਂ ਕੈਟ ਮਾਰ ਦਿੰਦਾ, ਕਦੇ ਅਜਮੇਰ ਸੋਟੀ ਮਾਰ ਦਿੰਦਾ, ਕਦੇ ਕੋਈ ਮਾਰ ਦਿੰਦਾ। ਉਹ ਮਿਹਰ ਕਰੋ ਰੱਬ ਦੇ ਵਾਸਤੇ, ਚਿੰਤਕੋ, ਉਹ ਇਤਿਹਾਸ ਕਰੋ ਰੱਬ ਦਾ ਵਾਸਤਾ। ਉਹ ਪਰਵਾਨਿਓ, ਉਹ ਮੱਖੂਓ, ਉਹ ਭਵੱਕੜੋ, ਉਹ ਮੱਕੜੋ, ਉਹ ਜਿੰਨੇ ਵੀ ਪੱਤਰਕਾਰ ਆ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਆਪਣੇ ਸਮਝਦੇ ਸੀਗੇ, ਤੁਸੀਂ ਮਿਹਰ ਕਰੋ, ਤੁਸੀਂ ਉਹਨਾਂ ਨੂੰ ਲੜਾਈ ਲੜ ਲੈਣ ਦਿਓ। ਉਹ ਤੋਂ ਬਾਅਦ ਵਿੱਚ ਅਸੀਂ ਦੇਖਾਂਗੇ ਕੀ ਗੱਲ ਹੈ, ਤੁਹਾਨੂੰ ਮੌਕਾ ਦੇ ਦੇਵਾਂਗੇ ਬਾਅਦ ਵਿੱਚ। ਤੁਸੀਂ ਆ ਹੋਂਦ ਦੀ ਲੜਾਈ, ਤੁਸੀਂ ਆ ਫੈਡਰਲ ਸਟਰਕਚਰ ਦੀ ਲੜਾਈ, ਆ ਭਾਰੇ ਭਾਰੇ ਸ਼ਬਦ ਜਿਹੜੇ ਕਿਸੇ ਨੂੰ ਸਮਝ ਨਹੀਂ ਆਉਂਦੇ ਪੰਜਾਬ ਦੇ ਵਿੱਚ, ਇਹਨਾਂ ਸ਼ਬਦਾਂ ਦੀ ਲੜਾਈ ਤੁਸੀਂ ਬਾਅਦ 'ਚ ਲੜ ਲਿਓ, ਲੋਕ ਤੁਹਾਡਾ ਸਾਥ ਦੇ ਦੇਣਗੇ। ਹਜੇ ਉਹ ਬੰਦੇ ਜਿਹੜੇ ਕੰਮ ਨੂੰ ਤੁਰੇ ਆ, ਉਹਨਾਂ ਨੂੰ ਆਪਣਾ ਕੰਮ ਨਿਬੇੜ ਲੈਣ ਦਿਓ। ਉਹਨਾਂ ਨੂੰ ਇੱਕ ਕਿਸਾਨੀ ਦਾ ਮਸਲਾ, ਕਿਸਾਨੀ ਦੇ ਝੰਡੇ ਥੱਲੇ ਰਹਿ ਕੇ ਲੜ ਲੈਣ ਦਿਓ। ਤੇ ਜਿਹੜੇ ਮੇਰੇ ਵੀਰ ਨਾ ਇਹਦੇ ਵਿੱਚੋਂ ਨਾਇਕ ਲੱਭਦੇ ਆ, ਕੋਈ ਖਾਲਿਸਤਾਨ ਦੇ ਵੀਰ ਆ, ਸਾਡੇ ਆਪਣੇ ਭਰਾ ਆ, ਚਲੋ ਅਸੀਂ ਕਿਹੜਾ ਕੋਈ ਹੋ ਰਿਹਾ, ਜੇ ਖਾਲਿਸਤਾਨ ਮਿਲ ਜਾਏ ਸਾਨੂੰ ਵੀ ਕੀ ਮਾੜਾ, ਅਸੀਂ ਵੀ ਰਹਿ ਲਵਾਂਗੇ ਜਾ ਕੇ ਉਹਦੇ 'ਚ। ਪਰ ਤੁਸੀਂ ਇਹ ਸੋਚੋ, ਜਿਹੜੇ ਬੰਦੇ ਤੁਸੀਂ ਗੱਲ ਕਰਦੇ ਆ ਵੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਹੱਥਾਂ 'ਚ ਪਲਿਆ, ਹੱਥਾਂ 'ਚ ਪਲਣ ਤੋਂ ਬਾਅਦ ਗਿਆ ਕਿੱਥੇ? ਦਿਓਲ ਪਰਿਵਾਰ ਦੇ ਕੋਲ। ਦਿਓਲ ਪਰਿਵਾਰ ਕੌਣ ਹੈ? ਜਿਹਨੇ ਇਹ ਗੱਲ ਕਹੀ ਸੀ ਵੀ KPS ਗਿੱਲ ਇਜ਼ ਦਾ ਬੈਸਟ ਕਾਪ ਆਫ ਦਾ ਵਰਲਡ, ਵੀ ਦੁਨੀਆ ਦਾ ਸਭ ਤੋਂ ਵਧੀਆ ਪੁਲਿਸ ਵਾਲਾ ਆ KPS ਗਿੱਲ। ਸਾਡੇ ਧਰਮਿੰਦਰ ਹੁਣੀ ਕਹੀ ਸੀ ਇਹ ਗੱਲ। ਤੇ ਉਦੋਂ ਤੁਸੀਂ ਉਹ ਧਰਮਿੰਦਰ ਦੀਆਂ ਫੋਟੋਆਂ ਘਰਾਂ 'ਚੋਂ ਕੱਢ ਕੇ ਬਾਹਰ ਮਾਰੀਆਂ ਸੀਗੀਆਂ। ਤੇ ਉਹ ਕਹਿੰਦਾ ਧਰਮਿੰਦਰ ਮੇਰਾ ਪਾਪਾ ਆ। ਇਹ ਕਿਹੜੇ ਕੋਮੇ 'ਚੋਂ ਨਿਕਲ ਕੇ ਬਾਹਰ ਆਇਆ? ਉਦੋਂ ਇਹ ਪਲਿਆ ਹੱਥਾਂ ਦੇ ਵਿੱਚ, ਪਰਿਵਾਰ ਦੇ ਵਿੱਚ ਕਿੱਥੇ ਜਾ ਕੇ ਬੈਠਾ, ਜਿਹੜਾ ਬਿਲਕੁਲ ਹੀ ਉਸ ਲਹਿਰ ਦਾ ਦੁਸ਼ਮਣ ਸੀਗਾ। ਪ੍ਰਚਾਰ ਕਿਹਦੇ ਲਈ ਕੀਤਾ? ਸਨੀ ਦਿਓਲ ਵਾਸਤੇ। ਕਿਉਂ? ਬੀਬੀ ਖਾਲੜਾ ਹੁਣੀ ਹੁੰਦੇ ਸੀ, ਕਰ ਲੈਂਦਾ ਸਨੀ ਦਿਓਲ ਨੇ ਪ੍ਰਚਾਰ ਵੀ ਕਰ ਲੈਂਦਾ, ਕਿਤੇ 2 ਦਿਹਾੜੀਆਂ ਜਾ ਕੇ ਉਧਰ ਬੀਬੀ ਖਾਲੜਾ ਲਾ ਵੀ ਜਾ ਕੇ ਲਾਇਆ ਆਉਂਦਾ। ਪਰ ਨਹੀਂ, ਇਹ ਵੀਰੋ ਜਦੋਂ ਤੱਕ ਆਪਾਂ ਸਮਝਣਾ ਨਾ ਸਾਰਿਆਂ ਨੇ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਣੀ ਆ। ਦੇਖਿਓ ਕਿਤੇ ਜੇ ਇਹ ਮੋਰਚਾ ਹਾਰ ਗਿਆ, ਦੁਬਾਰਾ ਇਹੋ ਜਿਹੀ ਲਹਿਰ ਨਹੀਂ ਬਣਨੀ। ਸਰਕਾਰ ਨੇ ਤੁਹਾਨੂੰ ਕਦੇ ਹਿੱਲਣ ਨਹੀਂ ਦੇਣਾ। ਗੱਲ ਇਹ ਇਕੱਲੇ ਕਾਲੇ 3 ਕਾਨੂੰਨਾਂ ਦੀ ਨਹੀਂ, ਇਹ ਪਾਸ ਕਰਾ ਕੇ ਤੁਹਾਡੀ ਜਿੱਤ ਹੈ। ਜਿੱਤਣ ਤੋਂ ਬਾਅਦ ਤੁਹਾਡੀਆਂ ਹੋਰ ਵੀ ਜਿੱਤਾਂ ਹੋਣਗੀਆਂ। ਖੇਤੀ ਕਿੱਦਾਂ ਕਰਨੀ ਆ, ਜਿਹੜੇ ਮਾਹਰ ਹੈ ਉਹਨਾਂ ਦੀ ਸਲਾਹ ਲੈ ਕੇ ਜਿਹੜੇ ਏਰੀਏ ਦੇ ਵਿੱਚ ਜਿਹੜੀ ਖੇਤੀ ਹੋ ਸਕਦੀ ਆ ਉਹ ਕਰੋ। 40-45 ਤਰ੍ਹਾਂ ਦਾ ਫਰੂਟ ਹੁੰਦਾ ਪੰਜਾਬ ਦੇ ਵਿੱਚ, ਉਹ ਵੀ ਕਰਾਂਗੇ। ਅਸੀਂ ਤੁਹਾਡੇ ਨਾਲ ਜਿੰਨੇ ਜੋਗੇ ਹੈਗੇ ਆ ਨਾਲ ਖੜੇ ਆ, ਸਲਾਹਾਂ ਦੇ ਤੌਰ ਤੇ, ਮਾਇਕ ਤੌਰ ਤੇ। ਸਾਡੇ ਅੰਦਰ ਪੰਜਾਬ ਦਾ ਦਰਦ ਹੈ, ਕੋਈ ਕਿਸੇ ਨੂੰ ਦਿਖਾਵਾ ਨਹੀਂ, ਜ਼ੀਰੋ ਇਸ ਚੀਜ਼ ਨੂੰ ਲੈ ਕੇ। ਸ਼ੌਹਰਤ ਜਿਹੜੀ ਆ ਪ੍ਰਮਾਤਮਾ ਨੇ ਬਹੁਤ ਦਿੱਤੀ ਉਹ ਆ। ਜਿਹੜੇ 4 ਭਰਾ ਜਾਣਦੇ ਆ, ਕਈ ਵਾਰੀ ਉਹਨਾਂ ਲਈ ਵੀ ਟਾਈਮ ਨਹੀਂ ਨਿਕਲਦਾ ਮਿਲਣ ਵਾਸਤੇ। ਮੇਰੀ ਪਹਿਲੀ ਵੀਡੀਓ ਤੋਂ ਬਾਅਦ ਬਹੁਤ ਕਾਲਾਂ ਆਈਆਂ, ਪੱਤਰਕਾਰਾਂ ਦੀਆਂ ਕਾਲਾਂ ਆਈਆਂ, ਕੈਨੇਡਾ ਤੋਂ, ਇੰਗਲੈਂਡ ਤੋਂ। ਮੇਰੇ ਕੋਲੋਂ ਬਹੁਤ ਫੋਨ ਨਹੀਂ ਚੱਕੇ ਜਾਂਦੇ, ਕਿਉਂਕਿ ਮੈਂ ਖੁਦ 24 ਘੰਟੇ ਆਪਣੇ ਫੋਨ ਦੇ ਉੱਤੇ ਡਿਸਪੈਚ ਕਰਦਾ ਆਪਣੇ ਟਰੱਕਾਂ ਦੀ। ਤੇ ਸਿਰਫ ਮੈਂ ਆਪਣੇ ਟਰੱਕਾਂ ਲਈ ਆਪ ਹੀ ਡਿਸਪੈਚਰ ਆ। ਤੇ 24 ਘੰਟੇ ਮੇਰੇ ਕੋਲ ਫੋਨ ਹੁੰਦਾ, ਮੇਰੇ ਕੋਲ ਚੱਕੀ। ਇਹਦੇ ਕਰਕੇ ਵੀ ਉਧਰ ਨੂੰ ਨਾ ਜਾਓ ਵੀ ਸ਼ਾਇਦ ਮੈਂ ਕੋਈ ਇੱਥੇ ਫੇਮ ਭਾਲਦਾ ਨਾ। ਮੈਂ ਕਿਸੇ ਨੂੰ ਕਹਿੰਦਾ ਇਹਨੂੰ ਸ਼ੇਅਰ ਕਰਿਓ, ਮੈਂ ਕਹਿੰਦਾ ਇਹਨੂੰ ਸਮਝ ਲਿਓ। ਸਮਝ ਕੇ ਮੇਰੇ ਵੀਰੋ ਉਹਨਾਂ ਆਪਣੇ ਬਜ਼ੁਰਗਾਂ ਦੀ ਜਾ ਕੇ ਮਦਦ ਕਰੋ, ਉਹਨਾਂ ਦੇ ਨਾਲ ਬੈਠੋ, ਹੰਬਲਾ ਮਾਰ ਕੇ ਇੱਕ ਵਾਰੀ ਆਪਾਂ ਇਹ ਮੋਰਚਾ ਜਿੱਤ ਲਈਏ। ਤੁਹਾਡਾ ਕਣਕਾਂ ਦਾ ਕੰਮ ਨਿਬੜ ਗਿਆ ਹੁਣ ਸਾਰਾ। ਹੁਣ ਤੁਸੀਂ ਵਿਹਲੇ ਹੋਏ ਹੋ ਆ, ਹੁਣ ਸਹਿਰਦ ਹੋ ਕੇ ਇਹਨਾਂ ਜਿਹੜੇ ਨਾ ਕਦੇ ਤੁਹਾਨੂੰ ਕਾਮਰੇਡ ਤੇ ਖਾਲਸਤਾਨੀ ਬਣਾ ਕੇ ਭੰਡਦੇ ਆ ਜਾਂ ਵੰਡਦੇ ਆ, ਜਾਂ ਤੁਹਾਨੂੰ ਕਦੇ ਨੌਜਵਾਨ ਵਰਸਸ ਬਜ਼ੁਰਗ ਬਣਾ ਕੇ ਵੰਡਦੇ ਆ ਤੇ ਭੰਡਦੇ ਆ, ਇਹਨਾਂ ਤੋਂ ਬਚਿਓ। ਇਹ ਕੋਈ ਰੌਲਾ ਨਹੀਂ ਹੈਗਾ। ਜਿਹੜੇ ਸਿੱਖ ਆ ਉਹ ਕਾਮਰੇਡ ਹੋ ਸਕਦੇ ਆ, ਕਿਉਂਕਿ ਕਾਮਰੇਡ ਇੱਕ ਵਿਚਾਰਧਾਰਾ ਆ। ਤੇ ਦੂਜੇ ਤੁਹਾਨੂੰ ਇਹ ਵੀ ਦੱਸਦੇ ਆ, ਨਾ ਤਾਂ ਮੇਰੇ ਵੀਰੋ ਤੁਸੀਂ ਚੰਗੀ ਤਰ੍ਹਾਂ ਹਜੇ ਬਾਣੀ ਪੜ੍ਹੀ ਆ, ਨਾ ਤੁਸੀਂ ਪੜ੍ਹਿਆ ਮਾਰਕਸਵਾਦ ਨੂੰ। ਜਿਹੜਿਆਂ ਵੀਰਾਂ ਨੇ ਪੜ੍ਹੀਆਂ ਦੋਨੇ ਚੀਜ਼ਾਂ, ਉਹ ਇਹ ਦੱਸਦੇ ਆ ਵੀ ਮਾਰਕਸਵਾਦ ਦੇ ਵਿੱਚ
ਤੇ ਬਾਬੇ ਨਾਨਕ ਦੀ ਫਿਲਾਸਫੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੋ ਸਕਦਾ। ਮਾਰਕਸਵਾਦ ਜਿਹੜਾ ਆ ਉਹ ਬਾਬੇ ਨਾਨਕ ਤੋਂ ਵੀ ਪ੍ਰਭਾਵਿਤ ਹੋਇਆ ਹੋਵੇ, ਕਿਉਂਕਿ ਉਹ ਬਾਅਦ ਚ ਆਇਆ। ਜਦੋਂ ਉਹ ਚੀਜ਼ਾਂ ਰੱਖ ਲੈਂਦੇ, ਉਹ ਕਹਿੰਦੇ ਆ ਵੀ 95% ਚੀਜ਼ਾਂ ਜਿਹੜੀਆਂ ਉਹ ਰਲਦੀਆਂ। ਬਾਬੇ ਨਾਨਕ ਦੀਆਂ ਜਿਹੜੀਆਂ ਲਿਖੀਆਂ ਗੱਲਾਂ ਆ ਨਾ, ਉਹਨੂੰ ਕਹਿ ਲਓ ਵੀ ਫੋਲੋ ਕਰਕੇ ਮਾਰਕਸਵਾਦ ਹੋ ਸਕਦਾ ਲਿਖਿਆ ਗਿਆ ਹੋਵੇ। ਇਹ ਇਦਾਂ ਦੱਸਦੇ ਆ ਜਿਹੜੇ ਪੜ੍ਹਦੇ ਆ। ਦੂਜੇ ਪਾਸੇ ਜਦੋਂ ਆਪਾਂ ਜਿਹੜੇ ਕਰਮਕਾਂਡ ਕਰਨ ਵਾਲੇ ਬਾਬੇ ਆ, ਜਿਹੜੇ ਵੀ ਆ, ਚਾਹੇ ਉਹ ਕਹਿ ਲਓ ਵੀ ਕਹਿੰਦੇ ਆ ਵੀ ਅਸੀਂ ਵਿਆਹ ਨਹੀਂ ਕਰਾਉਣਾ, ਅਸੀਂ ਲੰਗਰ ਨਹੀਂ ਚਲਾਉਣਾ, ਹਨਾ, ਅਸੀਂ ਕਿਰਤ ਨਹੀਂ ਕਰਨੀ, ਵਿਹਲੇ ਰਹਿਣਾ, ABC, ਤੁਸੀਂ ਉਹਨਾਂ ਦੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਚੱਕ ਕੇ ਲਈ ਜਾਓ। ਮੇਰਾ ਨਹੀਂ ਖਿਆਲ ਵੀ ਉਹਨਾਂ ਬਾਬਿਆਂ ਦੀ ਕੋਈ ਵੀ ਚੀਜ਼ ਬਾਬੇ ਨਾਨਕ ਦੀ ਬਾਣੀ ਦੇ ਨਾਲ ਜਾਂ ਬਾਬੇ ਨਾਨਕ ਦੀ ਫਿਲਾਸਫੀ ਦੇ ਨਾਲ ਰਲਦੀ ਹੋਊਗੀ। ਇਹ ਵੈਸੇ ਵਿਸ਼ਾ ਨਹੀਂ ਹੈਗਾ। ਉਹ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਸਾਡੇ ਵੀਰ ਵੀ ਕਾਮਰੇਡ ਕਹਿ ਕੇ ਜਾਂ ਮਾਰਕਸਵਾਦ ਜਾਂ ਆ ਲਾਲ ਨਿਕਰਾਂ ਬੀੜੀਆਂ ਪੀਣੇ, ਇੱਕ ਗੱਲ ਹੋਰ ਵੀ ਆ ਕਿ ਤੁਹਾਨੂੰ ਬਹੁਤ ਤਰ੍ਹਾਂ ਨਾਲ ਟਰੋਲ ਕੀਤਾ ਜਾਣਾ। ਇਹ ਵੀ ਇੱਕ ਸਿਆਸਤ ਹੁੰਦੀ ਆ ਵੀ ਭੈੜੇ ਤੋਂ ਭੈੜੇ ਨਾਂ ਦਿੱਤੇ ਜਾਣੇ ਆ ਤੁਹਾਨੂੰ, ਬਹੁਤ ਭੈੜੇ, ਵੀ ਤੁਸੀਂ ਉਹਨਾਂ ਦੀ ਮਦਦ ਕਰਨ ਲੱਗੇ ਸੋਚੋ ਵੀ ਯਾਰ ਇਹਨਾਂ ਨੂੰ ਤਾਂ ਨਾਂ ਹੀ ਬੜੇ ਭੈੜੇ ਦਿੱਤੇ ਗਏ ਆ, ਫਿਰ ਕੀ ਹੋ ਗਿਆ। ਈਵਨ ਗੁੱਸਾ ਤਾਂ ਬੰਦੇ ਨੂੰ ਹਰੇਕ ਨੂੰ ਹੀ ਆਉਂਦਾ। ਗੁੱਸਾ ਤਾਂ ਸਾਡਾ ਵੀਰ ਆ ਹੁਣ ਆਪਣੇ ਦੀਪ ਸਿੱਧੂ ਆ। ਹੁਣ ਦੀਪ ਸਿੱਧੂ ਨੂੰ ਮਾੜਿਆ ਪਲਟੀਨਾ ਕਹਿ ਦਈਏ, ਉਹ ਪਲਟੀਨਾ ਕਹੇ ਤੇ ਉਹਦੇ ਚ ਤਾਂ ਭਾਂਫੜ ਮੱਚ ਜਾਂਦੇ ਅੰਦਰ। ਉਹਨੂੰ ਇੱਕ ਪੱਤਰਕਾਰ ਨੇ ਕਹਿਤਾ ਜੀ ਤੁਸੀਂ ਪਲਟੀਨਾ ਤੇ ਚੜ੍ਹ ਕੇ ਭੱਜ ਗਿਆ। ਉਹ ਕਹਿੰਦਾ ਕੌਣ ਕਹਿੰਦਾ? ਮੈਂ ਕਹਿੰਦਾ ਗਾਲ ਕੱਢ ਕੇ ਭੱਜਿਆ 25 ਜਾਣਿਆਂ ਨੂੰ। ਆਹ ਚੱਲਿਆ ਤੁਹਾਡਾ ਪ੍ਰਾਹੁਣਾ, 25 ਜਾਣਿਆਂ ਦਾ ਪ੍ਰਾਹੁਣਾ ਬਣਿਆ ਉਹ ਤੁਹਾਡਾ ਲੀਡਰ ਸਾਹਿਬਾਨ। ਮੈਂ ਕਹਿੰਦਾ ਹੁੰਦਾ ਕੁਛ ਬੰਦੇ ਵਿਦਵਾਨ ਪੈਦਾ ਹੁੰਦੇ ਆ, ਕੁਛ ਬੰਦੇ ਕਿਤਾਬਾਂ ਪੜ੍ਹ ਕੇ ਵਿਦਵਾਨ ਬਣ ਜਾਂਦੇ ਆ, ਕਈਆਂ ਦੇ ਉੱਤੇ ਲੋਕੀ ਵਿਦਵਾਨੀ ਧੱਕੇ ਨਾਲ ਥੋਪ ਦਿੰਦੇ ਆ। ਉਹ ਫਿਰ ਜਿਹੜੀਆਂ ਪੜ੍ਹੀਆਂ ਪੜ੍ਹਾਈਆਂ ਚੀਜ਼ਾਂ ਹੁੰਦੀਆਂ ਨਾ, ਉਹਨਾਂ ਚੀਜ਼ਾਂ ਨੂੰ ਤਾਂ ਸਟੇਜਾਂ ਦੇ ਉੱਤੇ ਰੱਟੇ ਲਾ ਕੇ ਉਹ ਬਹੁਤ ਵਧੀਆ ਸੁਣਾ ਜਾਂਦੇ ਆ। ਪਰ ਜਦੋਂ ਆਮ ਲੋਕ ਜਾਂ ਪੱਤਰਕਾਰ ਉਹਨਾਂ ਨੂੰ ਕੋਈ ਸਵਾਲ ਕਰਦੇ ਆ, ਉਹਨਾਂ ਦਾ ਹਾਲ ਉਹੀ ਹੁੰਦਾ ਜਿਹੜਾ ਹਾਲ ਕਈ ਵਾਰੀ ਮੋਦੀ ਦਾ ਹੁੰਦਾ। ਇਹੀ ਹਾਲ ਇਹਦਾ ਹੈ। ਕਿੰਨਾ ਜੇ ਕੋਈ ਬੰਦਾ ਉਹ ਕੁਐਸਚਨ ਪੁੱਛਦਾ, ਉਹਦਾ ਮੂੰਹ ਇੰਨਾ ਕੁ ਹੋ ਜਾਂਦਾ, ਉਹ ਫਿਰ ਆਲੇ ਦੁਆਲੇ ਦੇਖੀ ਜਾਂਦਾ, ਕਦੇ ਸਰੋਪਾ ਲਾ ਕੇ ਫੜਾਉਂਦਾ, ਵਿਆਹ ਫੜੀ ਮੜ ਜਾ, ਜਿੱਦਾਂ ਕਿਤੇ ਹੁਣ ਇੱਕਦਮ ਹੀ ਦੁਬਾਰਾ ਫੇਰ ਪਲਟੀਨਾ ਲੈ ਕੇ ਭੱਜਣਾ ਹੁੰਦਾ। ਉਹ ਬੰਦੇ ਨੇ 5 ਮਿੰਟ ਆਪਣਾ ਕੁਐਸਚਨ ਪੁੱਛਿਆ, ਇਹ ਇਦਾਂ ਕਰੀ ਗਿਆ, ਬਾਅਦ ਚ ਉਹਨੂੰ ਕਹਿੰਦਾ ਅੰਦਰ ਬਹਿ ਕੇ ਗੱਲ ਕਰਾਂਗੇ। ਕਿਉਂਕਿ ਜਿਹੜੀਆਂ ਗੱਲਾਂ ਲਿਖੀਆਂ ਆ ਉਹ ਕਰਨੀਆਂ ਸੌਖੀਆਂ। ਜਿਹੜੇ ਲੋਕ ਆ, ਦਰਦੀ ਲੋਕ ਆ, ਜਿਹੜੇ ਦਰਦ ਲੈ ਕੇ ਤੁਰੇ ਫਿਰਦੇ ਆ, ਉਹਨਾਂ ਦੇ ਮੇਰਾ ਜਵਾਬ ਦੇਣੇ ਬਹੁਤ ਔਖੇ ਆ, ਬਹੁਤ ਔਖੇ ਆ। ਸੋ ਵੀਰੋ, ਮੇਰੀ ਤਾਂ ਇੰਨੀ ਕੁ ਬੇਨਤੀ ਆ, ਇੱਕ ਤਾਂ ਤੁਸੀਂ ਇਹ ਸਾਰੇ ਜਣੇ ਬੋਲੋ, ਲਿਖੋ। ਜੇ ਸੋਸ਼ਲ ਮੀਡੀਆ ਵੀ ਹੈ, ਇਹ ਤੋਂ ਭੱਜੋ ਨਾ, ਇੱਥੇ ਖੜੇ ਹੋਵੋ। ਬਲਦੇਵ ਮਾਨ ਲਈ ਪ੍ਰਚਾਰ ਕੀਤਾ ਗਿਆ, ਮਿੰਟੂ ਲਈ ਪ੍ਰਚਾਰ ਕੀਤਾ ਗਿਆ, ਵਿੱਚੋਂ ਕੀ ਨਿਕਲਿਆ? ਸਵਾਹ ਨਹੀਂ ਨਿਕਲੀ। ਕਿਸੇ ਨੇ ਆ ਕੇ ਨਹੀਂ ਕਿਹਾ ਵੀ ਸਾਡੇ ਕੋਲ ਗਲਤ ਪ੍ਰਚਾਰ ਕੀਤਾ ਗਿਆ। ਉਹ ਬੀਬੀ ਬਿਮਾਰੀ ਦਾ ਭੁਲੇਖਾ ਲੱਗ ਗਿਆ, ਉਹ ਵੀ ਭੱਜ ਗਏ ਕਿਸੇ ਪਾਸੇ। ਠੀਕ ਆ, ਵਿਚਾਰਧਾਰਾ ਵੱਖਰੀ ਹੋ ਸਕਦੀ, ਅਸੀਂ ਕਿਹੜਾ ਕਾਮਰੇਡ ਆ, ਉਹਨਾਂ ਦੀ ਆਪਣੀ ਵਿਚਾਰਧਾਰਾ ਹੈ। ਪਰ ਯਾਰ ਇੰਨਾ ਕੁਫਰ ਦਾ ਨਾ ਤੋਲੋ, ਇੰਨੇ ਗਿਰਤਾ ਨਾ ਜਾਓ। ਤੁਹਾਨੂੰ ਉਹਨਾਂ ਦੇ ਵਿੱਚ ਆਪਣੀਆਂ ਭੈਣਾਂ, ਤੁਹਾਨੂੰ ਉਹਨਾਂ ਦੇ ਵਿੱਚ ਆਪਣੀਆਂ ਧੀਆਂ ਨਹੀਂ ਦੀਦੀਆਂ। ਕਈ ਵਾਰੀ ਤਾਂ ਮੈਂ ਵੀ ਸੋਚਦਾ ਹੁੰਦਾ ਵੀ ਤੁਹਾਨੂੰ ਆਪਣੀਆਂ ਭੈਣਾਂ ਦੇ ਵਿੱਚ ਜਾਂ ਆਪਣੀਆਂ ਧੀਆਂ ਦੇ ਵਿੱਚ ਦੀਦੀਆਂ। ਇੰਨੀਆਂ ਤੁਸੀਂ ਗੰਦੀਆਂ ਗਾਲਾਂ ਕੱਢਦੇ ਉੱਥੇ ਜਾ ਕੇ ਯਾਰ, ਤੁਹਾਨੂੰ ਆਪਣੇ ਆਪ ਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਗਰਕ ਨਹੀਂ ਜਾਂਦੇ ਸਾਰਾ ਕੁਝ ਕਰਦੇ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਅਸੀਂ ਗਲਤ ਸੀਗੇ, ਉਹ ਪਰਿਵਾਰ ਸਹੀ ਸੀਗਾ। ਬਹੁਤ ਮਨ ਦੁਖਦਾ ਭਰਾਵੋ, ਬਹੁਤ ਮਨ ਦੁਖਦਾ। ਸਾਰੇ ਵੀਰ, ਸੁਹਿਰਦ ਵੀਰ, ਡਟ ਕੇ ਮੋਰਚੇ ਨਾਲ ਖੜੇ ਹੋਵੋ। ਜਿਹੜੀਆਂ ਇਹ IT ਸੈੱਲ ਆ ਜਾਂ ਇਹ ਭਟਕਿਓ ਲੋਕ ਆ ਜਾਂ ਜਿਹੜੀਆਂ ਸਿੱਧੀਆਂ ਹੀ ਚੌਲਾਂ ਆ, ਇਹਨਾਂ ਨੂੰ ਟੱਕਰਨ ਦੇ ਲਈ ਤੁਹਾਨੂੰ ਮੈਦਾਨ ਦੇ ਵਿੱਚ ਆਉਣਾ ਪੈਣਾ। ਨਹੀਂ ਤਾਂ ਜੇ ਅੱਜ ਨਾ ਬੋਲੇ, ਇਹ ਅੱਜ ਦੀ ਗਲਤੀ ਜਿਹੜੀ ਆ, ਇਹਨੇ ਸਦੀਆਂ ਤੱਕ ਤੁਹਾਨੂੰ, ਸਦੀਆਂ ਤੱਕ ਗੁਲਾਮ ਬਣਾ ਕੇ ਰੱਖ ਦੇਣਾ, ਸਦੀਆਂ ਤੱਕ ਇਹਨੇ ਤੁਹਾਡਾ ਨੁਕਸਾਨ ਕਰਕੇ ਰੱਖ ਦੇਣਾ। ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ, ਸੱਚ ਦੇ ਨਾਲ ਖੜੀਏ। ਜੇ ਕੱਲ ਨੂੰ ਕੋਈ ਲੀਡਰ ਵੀ 3-5 ਕਰਦਾ, ਆਪਾਂ ਉਹਦੇ ਵੀ ਖਿਲਾਫ ਖੜਾਂਗੇ। ਪਰ ਅੱਜ ਜੋ ਕੁਝ ਤੁਹਾਨੂੰ ਸਾਹਮਣੇ ਦੀਦਾ, ਮੈਂ ਨਹੀਂ ਕਹਿੰਦਾ ਉਹ ਨਾਗਪੁਰ ਤੋਂ ਪੜ੍ਹ ਕੇ ਆਇਆ ਜਾਂ ਨਹੀਂ, ਜਿਹੜੇ ਉਹਦੇ ਐਕਸ਼ਨ ਆ ਜਾਂ ਜਿਹੜੇ ਵੀ ਵੀਰ ਦੇ ਬੋਲ ਆ, ਜਿਹੜੇ ਅੱਜ ਸੰਯੁਕਤ ਮੋਰਚੇ ਦੇ ਖਿਲਾਫ ਜਾਂਦੇ ਆ, ਜਾਂ ਉਹ ਆਪ ਤਾਂ ਕਹਿੰਦੇ ਆ ਜੀ ਲੱਤਾਂ ਨਹੀਂ ਭਾਰ ਝੱਲਦੀਆਂ ਲੀਡਰਾਂ ਦੀਆਂ, ਤੇ ਆਪ ਜਦੋਂ ਮਾੜੀਏ ਬਿਪਤਾ ਪੈਂਦੀ ਆ ਪਲਟੀਨਾ ਲੈ ਕੇ ਰਫੂ ਚੱਕਰ ਹੋ ਜਾਂਦੇ ਆ। ਉਹ ਤੁਸੀਂ ਯਾਰ ਕਿਸੇ ਗੱਲ ਤੇ ਤਾਂ ਰਹੋ। ਜੇ ਸੂਰਮਾ ਹੈ ਤਾਂ ਸੂਰਮਾ ਬਣ ਕੇ ਰਹਿ, ਜੇ ਲੀਡਰ ਹੈ ਤਾਂ ਲੀਡਰ ਬਣ ਕੇ ਰਹਿ, ਜੇ ਨਟੰਕੀਬਾਜ਼ ਹੈ ਤਾਂ ਨਟੰਕੀਬਾਜ਼ ਬਣ ਜਾ, ਜੇ ਐਕਟਰ ਹੈ ਤਾਂ ਐਕਟਰ ਬਣ ਜਾ। ਇੱਕ ਪੁਰਾਣੇ ਪੱਤਰਕਾਰ ਆ, ਉਹ ਤੈਨੂੰ ਨਾਂ ਦਿੰਦੇ ਆ ਸ਼ਲੇਡਾ, ਬੜਾ ਲੱਭਿਆ ਨਾਂ ਉਹਨਾਂ ਨੇ ਚੋਟੀ ਦਾ। ਤੂੰ ਵਾਕਿਆ ਮਿੱਤਰਾ ਸ਼ਲੇਡਾ ਆ। ਤੇ ਸ਼ਲੇਡਿਆ ਇਹ ਪੰਜਾਬੀ ਆ, ਇਹਨਾਂ ਨੂੰ ਤੂੰ ਸਦਾਈ ਦਾ ਬਣਾ ਸਕਦਾ, ਪਰ ਜਦੋਂ ਇਹਨਾਂ ਨੂੰ ਅਸਲੀਅਤ ਦਾ ਪਤਾ ਲੱਗਿਆ ਨਾ, ਸੱਚੀ ਤੈਨੂੰ ਦੱਸਦਾ, ਮੈਂ ਇੱਕ ਵੀਰ ਦਾ ਨਾਂ ਨਹੀਂ ਲੈਣਾ, ਬਿਲਕੁਲ ਤੇਰੇ ਨਾਲ ਰਿਹਾ, ਬਿਲਕੁਲ ਤੇਰੇ ਨਾਲ ਰਿਹਾ। ਅੱਛਾ, ਮੈਂ ਉਹ ਵੀਰ ਨੂੰ ਬਹੁਤ ਫੋਲੋ ਵੀ ਕਰਦਾ ਸੀ, ਉਹਨੇ ਲਿਖਿਆ ਬਹੁਤ ਸੋਹਣਾ, ਉਹਨੇ ਬਹੁਤ ਸੋਹਣਾ ਲਿਖਿਆ। ਉਹਦੇ ਗੀਤ, ਜਿਵੇਂ ਹੁਣ ਕਿਸੇ ਕਲਾਕਾਰ ਦਾ ਨਾਂ ਲੈ ਤਾਂ ਉਹ ਵੀਰ, ਮੈਂ
ਉਹਦਾ ਨਾਂ ਲੈ ਤੋਂ ਬਿਨਾਂ ਤੈਨੂੰ ਕਹਿਣਾ ਵੀ ਉਹ ਤੇਰੇ ਨਾਲ ਵੀ ਖੜਾ ਸੀ ਡਟ ਕੇ, ਤੇ ਉਦੋਂ ਕੋਦੇ ਨਾਲ ਵੀ ਖੜਾ ਸੀਗਾ। ਪਰ ਜਦੋਂ ਉਸ ਵੀਰ ਨੂੰ ਪਤਾ ਲੱਗਾ, ਉਹ ਵੀਰ ਜਦੇ ਪਿੱਛੇ ਹਟ ਗਿਆ। ਇਸ ਕਰਕੇ ਗਮਰਾਹ ਹੋਏ ਹੋ ਸਕਦੇ ਆ ਜਿਹੜੇ ਸੁਹਿਰਦ ਵੀਰ ਆ, ਪਰ ਜਿੱਦਣ ਉਹਨਾਂ ਨੂੰ ਪਤਾ ਲੱਗੀ ਜਾਣਾ, ਉਹਨੇ ਪਿੱਛੇ ਹਟੀ ਜਾਣਾ। ਬਾਕੀ ਜਿਹੜੀ ਮੰਡੀਰ ਹੈ, ਮੰਡੀਰ ਤਾਂ ਤੈਨੂੰ ਪਤਾ ਹੀ ਆ ਭਰਾਵਾ, ਇਹ ਤਾਂ ਉੱਥੇ ਸਰਸੇ ਵਾਲੇ ਦੇ ਮੂਹਰੇ ਵੀ ਜੁੜ ਜਾਂਦੀ ਆ। ਇਹ ਉੱਥੇ ਲਾਈਟਾਂ ਵਾਲੇ ਦੇ ਮੂਹਰੇ ਬੈਠੀ ਹੁੰਦੀ ਸੀਗੀ, ਇਹ ਉੱਥੇ ਜਾ ਕੇ ਰਾਧਾ ਸਵਾਮੀ ਦੇ ਮੂਹਰੇ ਬੈਠੀ ਆ, ਇਹ ਇੱਥੇ ਪਖੰਡੀ ਸਾਧਾਂ ਦੇ ਮੂਹਰੇ ਬੈਠੀ ਆ। ਵੀਰੋ, ਇਹ ਜਿਹੜੀ ਧਰਮ ਦੇ ਰੌਲੇ ਆ ਨਾ, ਧਰਮ ਦੇ ਰੌਲਿਆਂ ਦੇ ਵਿੱਚ ਸਾਡਾ ਇੱਕ ਪ੍ਰੈਜ਼ੀਡੈਂਟ ਹੋਇਆ ਇਬਰਾਹਿਮ ਲਿੰਕਨ। ਉਹਦੀ ਬੜੀ ਵਧੀਆ ਗੱਲ ਆ, ਉਹ ਕਹਿੰਦਾ ਤੁਸੀਂ ਲੋਕਾਂ ਨੂੰ ਬਹੁਤਾ ਚਿਰ ਮੂਰਖ ਨਹੀਂ ਬਣਾ ਸਕਦੇ, ਪਰ ਕਹਿੰਦਾ ਧਰਮ ਦੇ ਨਾਂ ਦੇ ਉੱਤੇ ਤੁਸੀਂ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਮੂਰਖ ਬਣਾ ਸਕਦੇ ਆ। ਸੋ ਜਦੋਂ ਵੀ ਇਹਨਾਂ ਨੇ ਕਿਤੇ ਸਾਨੂੰ ਲੁੱਟਣਾ ਹੁੰਦਾ, ਕਦੇ ਕੋਈ ਪੰਥ ਦਾ ਖਤਰਾ ਪਾ ਕੇ ਆ ਜਾਂਦਾ, ਉਹ ਵੋਟਾਂ ਲੈ ਕੇ ਤੁਹਾਡਾ 5-5 ਵਾਰੀ ਮੁੱਖ ਮੰਤਰੀ ਬਣ ਜਾਂਦਾ, ਕਦੇ ਕੋਈ ਝੰਡਿਆਂ ਦਾ ਰੌਲਾ ਲੈ ਕੇ ਆ ਜਾਂਦਾ, ਤੁਹਾਨੂੰ ਇਮੋਸ਼ਨਲ ਕੀਤਾ ਜਾਂਦਾ ਧਰਮ ਦੇ ਨਾਂ ਤੇ, ਤੁਹਾਨੂੰ ਲੁੱਟਿਆ ਜਾਂਦਾ ਧਰਮ ਦੇ ਨਾਂ ਤੇ, ਤੁਹਾਨੂੰ ਡਰਾ ਕੇ ਲੁੱਟਿਆ ਜਾਂਦਾ ਧਰਮ ਦੇ ਨਾਂ ਤੇ, ਕਿੱਡੇ ਕਿੱਡੇ ਸੰਪਟ ਪਾਠ ਹੋਈ ਜਾਂਦੇ ਆ, ਕਿੰਨਾ ਕੁਛ ਚੱਲੀ ਜਾਂਦਾ। ਸਾਰਾ ਧੰਦਾ ਆ, ਸਾਰਾ ਗੋਰਖ ਧੰਦਾ ਆ। ਇਹ ਤੋਂ ਬਚ ਲਓ, ਆਪਣੀ ਲੀਡਰਾਂ ਕੋਲੋਂ ਲੁੱਟ ਖਸੁੱਟ ਤੋਂ ਬਚ ਲਓ, ਪਖੰਡੀ ਪ੍ਰਚਾਰਕਾਂ ਤੋਂ ਬਚ ਲਓ, ਪਖੰਡੀ ਇਤਿਹਾਸਕਾਰਾਂ ਤੋਂ ਬਚ ਲਓ, ਪਖੰਡੀ ਚਿੰਤਕਾਂ ਤੋਂ ਬਚ ਲਓ। ਜਿਹੜੇ ਸਹੀ ਚਿੰਤਕ ਹੈ ਉਹਨਾਂ ਦੇ ਪਿੱਛੇ ਹੋ ਜਿਓ, ਉਹ ਚਾਹੇ ਨਾਸਤਕ ਹੋਣ, ਚਾਹੇ ਕਾਮਰੇਡ ਹੋਣ, ਚਾਹੇ ਧਰਮੀ ਹੋਣ, ਪਰ ਹੋਣ ਤੁਹਾਡੇ ਚਿੰਤਕ। ਇੰਨੀਆਂ ਕੁ ਗੱਲਾਂ ਮੇਰੇ ਵੀਡੀਓ ਬਹੁਤ ਲੰਮੀ ਹੋ ਜਾਣੀ ਆ। ਇਹ ਚੀਜ਼ ਨੂੰ ਜ਼ਰੂਰ ਖਿਆਲ ਰੱਖਿਓ ਵੀ ਆਪਾਂ ਡਟ ਕੇ ਸਾਥ ਦੇਣਾ। ਜੇ ਮੈਂ ਪੰਜਾਬ 'ਚ ਹੁੰਦਾ, ਸੱਚੀ ਕਹਿਣਾ, ਮੈਂ ਤਾਂ ਜਾ ਕੇ ਉੱਥੇ ਬੈਠਾ ਹਾਂ ਸੀ। ਮੈਂ ਤਾਂ ਕਈ ਵਾਰੀ ਗੱਲਾਂ ਸੁਣ ਕੇ ਇਦਾਂ ਸੋਚਦਾ ਹੁੰਦਾ ਵੀ ਮਨਾ, ਤੂੰ ਤਾਂ ਭਗੌੜਾ ਹੋ ਗਿਆ ਯਾਰ, ਤੂੰ ਤਾਂ ਛੱਡ ਆਇਆ। ਪਰ ਜਿੰਨਾ ਕੁ ਵੀ ਤੂੰ ਕਰ ਸਕਦਾ, ਕੋਈ ਮਾਇਕ ਆ ਤੇਰੀ, ਕੋਈ ਬੋਲ ਆ ਤੇਰੇ, ਚਾਰ ਲਿਖਣੀ ਆ, ਜੋ ਵੀ ਕਰ ਸਕਦਾ ਉਹ ਤਾਂ ਕਰ ਦੇ। ਇੱਕ ਵੀਰ ਕਹਿੰਦਾ ਇਹ ਕਾਮਰੇਡ ਹੈ, ਮੈਂ ਕਿਹਾ ਹਾਂਜੀ ਹੈਗੇ ਆ। ਕਹਿੰਦਾ ਇਹ ਮੰਨਦੇ ਨਹੀਂ, ਮੈਂ ਕੀ ਨਹੀਂ ਮੰਨਦੇ? ਕਹਿੰਦਾ ਗੁਰੂ ਸਾਹਿਬ ਨੂੰ। ਮੈਂ ਕਿਹਾ ਉਹ ਮੰਨਦੇ ਆ ਪਰ ਪੂਜਦੇ ਨਹੀਂ। ਮੈਂ ਅਗਰਾਹਾਂ ਸਾਹਿਬ ਇੱਥੇ ਰੇਡੀਓ ਤੇ ਆਈ ਸੀ, ਮੈਂ ਉਹਨਾਂ ਨੂੰ ਵਧੀਆ ਲੱਗੀ ਮੈਨੂੰ ਉਹਨਾਂ ਦੀ ਗੱਲ। ਉਹ ਕਹਿੰਦੇ ਵੀ ਅਸੀਂ ਮੰਨਦੇ ਹਾਂ ਗੁਰੂ ਸਾਹਿਬ ਨੂੰ, ਪਰ ਅਸੀਂ ਪੂਜਾ ਨਹੀਂ ਕਰਦੇ। ਮੈਨੂੰ ਕਹਿੰਦਾ ਅਗਰਾਹਾਂ ਸਾਹਿਬ ਦੇ ਵਿੱਚ ਤਾਂ ਉਦਾਂ ਹੀ ਬਹੁਤ ਆਕੜ ਆ। ਮੈਂ ਕਿਹਾ ਆਕੜ ਤਾਂ ਹੈਗੀ ਆ, ਤੇ ਹਲੀਮੀ ਵਾਲਾ ਬੰਦਾ ਚਾਹੀਦਾ। ਫਿਰ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈਗੇ ਹੀ ਆ, ਫਿਰ ਉਹ ਤੁਹਾਡੇ ਕੋਲ ਇੰਨੇ ਚਿਰ ਤੇ ਹੈਗੇ ਹਲੀਮੀ ਵਾਲੇ। ਤਾਂ ਕਹਿ ਦਿੰਦੇ ਆ ਕਾਕਾ ਜੀ ਕੋਈ ਗੱਲ ਨਹੀਂ, ਤੁਸੀਂ ਕਾਕਾ ਜੀ ਜਿੱਦਾਂ ਕਹੋਗੇ ਉਦਾਂ ਕਰ ਲਓਗੇ। ਤੁਸੀਂ ਉਹਨੂੰ ਵੀ ਗਾਲਾਂ ਕੱਢੀ ਜਾਂਦੇ ਆ। ਕਿਸੇ ਪਾਸੇ ਕਿਸੇ ਕੰਢੇ ਦਾ ਬਹਿ ਜਾਓ। ਆਕੜ ਜੇ ਹੈਗੀ ਆ ਤਾਂ ਕੁਛ ਕਰਕੇ ਆ ਨਾ, ਉਹਨੇ ਜ਼ਿੰਦਗੀ ਲਾਈ ਇਸ ਕੰਮ ਦੇ ਲਈ ਆਪਣੀ ਯਾਰ। ਉਦਾਂ ਹੀ ਐਵੇਂ ਥੋੜੋ ਕਿਤੇ ਉਹ ਆਕੜ ਚੱਕੀ ਫਿਰਦਾ। ਉਹ ਤੁਹਾਡੇ ਕਾਹਦੇ ਨਿਭੇ ਵੀ ਤੁਹਾਡੇ ਮੂਹਰੇ ਬਿਨਾਂ ਗੱਲ ਤੋਂ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਯਾਰ ਥੋੜਾ ਜਿਹਾ ਦਿਮਾਗ ਨੂੰ ਖੋਲ ਕੇ ਇਹਨੂੰ ਸਿਰ ਦੇ ਵਿੱਚ ਜਿਹੜਾ ਪਿਆ, ਇਹਨੂੰ ਵਰਤ ਕੇ ਗੱਲ ਕਰੀਏ। ਸਾਡੀਆਂ ਗੱਲਾਂ ਕੀਤੀਆਂ ਬਹੁਤ ਦੂਰ ਤੱਕ ਜਾਣੀਆਂ। ਆਪਾਂ ਹੈਗੇ ਬਹੁਤ ਥੋੜੇ ਆ, ਥੋੜੇ ਵੀ ਆਪਾਂ ਬਹੁਤ ਦੂਰ ਤੱਕ ਪਾਟੇ ਹੋ ਬੈਠੇ ਆ, ਪੂਰੀ ਦੁਨੀਆ 'ਚ ਪਾਟੇ ਬੈਠੇ ਆ। ਐਵੇਂ ਸ਼ੁਗਲ ਦੇ ਵਿੱਚ ਵੀ ਕੋਈ ਮੂੰਹ ਦੇ ਵਿੱਚੋਂ ਗੱਲ ਨਾ ਕੱਢਿਆ ਕਰੋ। ਸੁਣਨ ਵਾਲਾ ਕਈ ਵਾਰੀ ਮੂਹਰੇ ਸੱਚ ਮੰਨ ਕੇ ਬਹਿ ਜਾਂਦਾ। ਕਈ ਵਾਰੀ ਤੁਹਾਡੀਆਂ ਪਰਸਨੈਲਿਟੀਜ਼ ਇਦਾਂ ਦੀਆਂ ਹੁੰਦੀਆਂ, ਲੋਕੀ ਤੁਹਾਡੇ ਤੋਂ ਪ੍ਰਭਾਵਿਤ ਹੋਏ ਹੁੰਦੇ ਆ। ਉਹ ਤੁਸੀਂ ਤਾਂ ਗੱਲ ਕਰਕੇ ਮੁੜ ਕੇ ਫੇਸਬੁੱਕ ਦੇ ਹਨਾ ਤੇ ਘਰੇ ਆਪਣੇ ਹੋਰ ਹਾਸੇ ਮਸ਼ਕੂਲਿਆਂ 'ਚ ਪੈ ਜਾਣਾ। ਉਹ ਤੁਹਾਡੀ ਗੱਲ ਸੀਰੀਅਸ ਲੈ ਜਾਂਦੇ ਆ। ਖਾਸ ਤੌਰ ਤੇ ਜਿਹੜੇ ਸਾਡੇ ਬੱਚੇ ਆ, ਇਹ ਬੱਚੇ ਬਹੁਤ ਸੀਰੀਅਸ ਲੈਂਦੇ ਆ। ਸੋ ਇਹਨਾਂ ਨੂੰ ਆਪਾਂ ਚੰਗਾ ਗਾਈਡ ਕਰਨਾ, ਇਹਨਾਂ ਨੂੰ ਆਪਾਂ ਕਿਰਤ ਸਿਖਾਉਣੀ ਬਾਬੇ ਨਾਨਕ ਵਾਲੀ, ਕਿਰਤ ਦੇ ਨਾਲ ਜੋੜਨਾ। ਬਾਕੀ ਜਿਹੜੀ ਰਹੀ ਲੀਡਰਾਂ ਦੀ ਗੱਲ, ਲੀਡਰਾਂ ਨੇ ਕਹਿ ਲਓ ਵੀ ਟੇਬਲ ਟਾਕ ਦੇ ਉੱਤੇ ਉਹਨਾਂ ਦੀ ਬੱਸ ਕਰਾਤੀ ਆ। ਜੇ ਕਹੀਏ ਉਹ ਮੀਟਿੰਗਾਂ ਨਹੀਂ ਕਰਦੇ, ਮੀਟਿੰਗਾਂ ਕਰਨੇ ਨੂੰ ਜੇ ਸਾਡੇ ਲੀਡਰ ਚਿੱਠੀਆਂ ਪਾਉਂਦੇ, ਇਹਦਾ ਮਤਲਬ ਉਹ ਲਲਕਾਰ ਰਹੇ ਆ। ਲਲਕਾਰਨੇ ਵਾਲਾ ਭਲਵਾਨ ਹਮੇਸ਼ਾ ਤਕੜਾ ਹੁੰਦਾ। ਉਹ ਜਿਹੜੇ ਨਹੀਂ ਆਉਂਦੇ, ਇਹਦਾ ਮਤਲਬ ਉਹ ਡਰਦੇ ਆ ਗੱਲ ਕਰਨ ਤੋਂ। ਹੁਣ ਤੁਸੀਂ ਜਿੰਨੇ ਮੇਰੇ ਵੀਰ ਹੈਗੇ ਆ ਸੋਚ ਵਾਲੇ, ਦੀਪ ਸਿੱਧੂ ਦੀ ਸੋਚ ਵਾਲੇ, ਚਲੋ ਮੈਂ ਕਹਿ ਦਿੰਦਾ, ਤੁਸੀਂ ਹਰਦੀਪ ਸਿੰਘ ਡੇਵਢਵਾ ਸਾਹਿਬ ਨੂੰ, ਹਰਦੀਪ ਸਿੰਘ ਡੇਵਢਵਾ ਸਾਹਿਬ ਸਾਡੇ ਬਜ਼ੁਰਗ ਆ ਜਿਹੜੇ ਆ, ਤੁਸੀਂ ਉਹਨਾਂ ਨੂੰ ਵੀ ਆਪਣਾ ਨਾਇਕ ਮੰਨਦੇ ਆ। ਉਹਨਾਂ ਦੇ ਪੋਤੇ ਦੀ ਉੱਥੇ ਸ਼ਹੀਦੀ ਹੋਈ ਆ। ਉਹ ਇੱਥੇ ਕੈਲੀਫੋਰਨੀਆ ਦੇ ਵਿੱਚ ਰੇਡੀਓ ਦੇ ਉੱਤੇ ਆ ਕੇ, ਟੀਵੀ ਦੇ ਉੱਤੇ ਆ ਕੇ ਗੱਲ ਕਹਿ ਕੇ ਗਏ ਆ ਵੀ ਅਸੀਂ ਪਹਿਲੀ ਵਾਰੀ ਟੇਬਲ ਦੇ ਉੱਤੇ ਜਿੱਤੇ ਆ, ਇਹ ਸਾਡੇ ਲੀਡਰਾਂ ਦੀ ਜਿੱਤ ਹੈ। ਇਸ ਗੱਲ ਦੀ ਉਹ ਆ ਕੇ ਸ਼ਾਬਾਸ਼ ਦੇ ਕੇ ਗਏ ਆ। ਤੇ ਇੱਕ ਉਹਨਾਂ ਦੀ ਕਿਤਾਬ ਲਿਖੀ ਹੋ ਆ ਹਰਦੀਪ ਸਿੰਘ ਡੇਵਢਾ ਸਾਹਿਬ ਦੀ। ਉਹ ਕਿਤਾਬ ਲੈ ਕੇ ਕਿਤੇ ਤੁਸੀਂ ਪੜ੍ਹਿਓ, ਉਹਦੇ ਵਿੱਚੋਂ ਤੁਹਾਨੂੰ ਖੁਲਾਸੇ ਹੋਣੇ ਆ ਵੀ ਜਿਹੜੇ ਲੀਡਰਾਂ ਨੂੰ ਤੁਸੀਂ ਨਾਇਕ ਮੰਨਦੇ ਰਹੇ ਆ, ਉਹਨਾਂ ਦੀਆਂ ਕੀ ਕਰਤੂਤਾਂ ਰਹੀਆਂ। ਪੜ੍ਹਨ ਦੀ ਤਾਂ ਆਪਾਂ ਨੂੰ ਰੁਚੀ ਬਿਲਕੁਲ ਹੀ ਜਾਂਦੀ ਲੱਗੀ ਆ। ਕੰਨ ਰਸ ਹੈ। ਅੱਜ ਆਹ ਗੱਲਾਂ ਸੁਣੀਆਂ, ਇਹ ਮੈਂ ਹੁਣ ਗੱਲ ਕਰ ਦਿੱਤੀ ਆ, ਹੋ ਸਕਦਾ ਦੋ ਚੌਂ ਦੇ ਉੱਤੇ ਕੋਈ ਅਸਰ ਹੋ ਵੀ ਜਾਵੇ। ਮੈਂ ਚੁੱਪ ਕਰ ਜਾਣਾ। ਮੇਰੇ ਤੋਂ ਬਾਅਦ ਵਿੱਚ ਆ ਕੇ ਜਿਹਨਾਂ ਨੇ ਫੇਰ ਦੁਬਾਰਾ ਬੋਲਣਾ, ਉਹਨਾਂ ਕੋਲ ਸ਼ਬਦ ਵੀ ਭਾਰੇ ਹੋਣੇ ਆ, ਉਹ ਟ੍ਰੇਨਡ ਵੀ ਕੀਤੇ ਹੋ ਆ, ਉਹਨਾਂ ਦਾ ਅਸਰ ਤੁਹਾਡੇ ਤੇ ਫੇਰ ਹੋ ਜਾਣਾ। ਜੋ ਮਰਜ਼ੀ ਆ, ਮੈਂ ਫੇਰ ਕਹਿੰਦਾ ਵੋਟਾਂ ਦੇ ਵਿੱਚ ਜਿਹੜੀਆਂ ਮਰਜ਼ੀ ਰਾਜਨੀਤੀਆਂ ਕਰ ਲਿਓ, ਜਿਹੜੀ ਮਰਜ਼ੀ ਸਰਕਾਰ ਬਣਾ ਲਿਓ, ਕੋਈ ਫਰਕ ਨਹੀਂ ਪੈਂਦਾ ਮੈਨੂੰ। ਪਰ ਅੱਜ ਕਿਸਾਨ ਅੰਦੋਲਨ ਦਾ ਸਾਥ ਦਿਓ।
ਇੰਨੀਆਂ ਕੁ ਗੱਲਾਂ, ਵੀਡੀਓ ਬਹੁਤ ਲੰਮੀ ਹੋ ਗਈ ਆ, ਇੰਨੀਆਂ ਕੁ ਗੱਲਾਂ ਮੈਂ ਕਰਦਾ ਹੋਇਆ ਤੁਹਾਡੇ ਸਾਰਿਆਂ ਤੋਂ ਵੱਧ ਘੱਟ ਦੀ ਜੇ ਕਿਸੇ ਨੂੰ ਕੁਝ ਕਿਹਾ ਹੋਵੇ ਤਾਂ ਖਿਮਾ ਦਾ ਜੱਜ ਕੇ। ਸਤਿ ਸ੍ਰੀ ਅਕਾਲ ਦੋਸਤੋ, ਖੁਸ਼ ਰਹੋ।